और रेख पेख को कह ना सकत केहो। अचल मूरत अनभव प्रकाश अमितोज कहजै। कोट इंद्र इंद्राण साहे साहान गणिजै। त्रिभवन महीप सुर नर असुर नेत नेत बन तृण कहत। त्वै सर्ब नाम कथा कवन कर्म नाम वर्णत सुमत। त्रिभवन महीप सुर नर असुर नेत नेत बन तृण कहत। त्वै सर्ब नाम कथा कवन कर्म नाम वर्णत सुमत। सुनै गूंग जो याहे सुरस न पावई। सुनै मूढ़ चित लाए चतुरता आवई। दुख दर्द भाव निकट ना तिन नर के रहै। हो जो याकी एक बार चाओ पई को कहै। सगल द्वार को छाड़ के गहियो तुहारो द्वार। बाहि गहे की लाज अस गोबिंद दास तुहार। सगल द्वार को छाड़ के गहियो तुहारो द्वार। बाहि गहे की लाज अस गोबिंद दास तुहार। बेसुमार अथाह अगनत अतुल। ज्यों बुलावहो त्यों नानक दास बुलै। बेसुमार अथाह अगनत अतुल। ज्यों बुलावहो त्यों नानक दास बुलै। सतनाम श्री वाहिगुरु साहिब जी। सलोक यास जपत मन होए आनंद। बिनसै दूजा पाओ। दुख दर्द तृष्णा बुझै। नानक नाम समाओ।
ਯਾਸ ਜਪਤ ਮਨ ਹੋਏ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਯਾਸ ਜਪਤ ਮਨ ਹੋਏ ਆਨੰਦ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਪਾਵਨ 52 ਅੱਖਰੀ ਗੁਰਬਾਣੀ ਦੇ ਅੰਦਰ ਹਜੂਰ ਬਖਸ਼ਿਸ਼ ਕਰ ਰਹੇ ਹਨ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਜਾਪ ਕਰਨੇ ਕਰਕੇ ਹਿਰਦੇ ਅੰਦਰ ਆਨੰਦ ਪ੍ਰਾਪਤ ਹੁੰਦਾ ਹੈ। ਜਗਤ ਅੰਦਰ ਕੋਈ ਮਨੁੱਖ ਕਿਸੇ ਦੇਵਤੇ ਦਾ ਜਾਪ ਕਰਦਾ ਹੈ, ਕੋਈ ਦੇਵੀ ਦਾ ਜਾਪ ਕਰਦਾ ਹੈ, ਕੋਈ ਭੂਤਾਂ ਪ੍ਰੇਤਾਂ ਦੇਵੀ ਸ਼ਕਤੀਆਂ ਨੂੰ ਆਪਣੇ ਵਸ ਵਿੱਚ ਕਰਨ ਦੇ ਲਈ ਟੂਣੇ ਟਾਮਣ ਆਦਿ ਕਈ ਤਰ੍ਹਾਂ ਦੇ ਜਾਪ ਕਰਦਾ ਹੈ। ਸੰਸਾਰ ਦੇ ਸੁੱਖ ਤਾਂ ਇਹਨਾਂ ਦਾ ਜਾਪ ਕਰਨੇ ਕਰਕੇ ਪ੍ਰਾਪਤ ਹੋ ਜਾਂਦੇ ਹੈ, ਪਰ ਜੀਵ ਦਾ ਹਿਰਦੇ ਦਾ ਆਤਮਿਕ ਸੁੱਖ ਜੋ ਹੈ ਉਹ ਪਰਮਾਤਮਾ ਦੇ ਸਿਮਰਨ ਕਰਕੇ ਪ੍ਰਾਪਤ ਹੁੰਦਾ। ਬਹੁਤਾਤ ਵਿੱਚ ਤਾਂ ਸੰਸਾਰ ਦੇ ਐਸੇ ਜੀਵ ਹਨ ਜੋ ਇਹਨਾਂ ਦੇਵੀ ਸ਼ਕਤੀਆਂ ਜਾਂ ਭੂਤਾਂ ਪ੍ਰੇਤਾਂ ਦਾ ਜਾਪ ਕਰਦਿਆਂ ਹੋਏ ਆਪਣਾ ਜੀਵਨ ਇਸੇ ਤਰ੍ਹਾਂ ਅਕਾਰਤ ਹੀ ਗਵਾ ਲੈਂਦੇ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦਾ ਭੈਰੋ ਰਾਗ ਦੇ ਵਿੱਚ ਬਚਨ ਆਉਂਦਾ ਹੈ, ਜਿਹੜਾ ਮਨੁੱਖ ਕਿਸੇ ਦੇਵਤੇ ਦਾ ਜਾਪ ਕਰਦਾ ਜਾਂ ਦੇਵੀ ਦਾ, ਹੋਰ ਕਿਸੇ ਦੇਵੀ ਸ਼ਕਤੀ ਜਾਂ ਭੂਤ ਪ੍ਰੇਤ ਦਾ ਜੇ ਕਿਸੇ ਦਾ ਵੀ ਪੂਜਨ ਕਰਦਾ, ਉਹ ਪੂਜਾ ਜੇ ਪੂਰੀ ਹੋ ਜਾਵੇ ਤੇ ਫਿਰ ਮਨੁੱਖ ਤੋਂ ਦੇਵੀ ਰੂਪ ਹੋ ਜਾਂਦਾ ਹੈ। ਮਹਾਮਾਈ ਕੀ ਪੂਜਾ ਕਰੈ ਨਰ ਸਹਿ ਨਾਰ ਹੋਏ ਅਵਤਾਰੈ। ਜੇ ਉਹ ਪੂਜਾ ਅਧੂਰੀ ਰਹਿ ਜਾਵੇ, ਜ਼ਿੰਦਗੀ ਪਹਿਲਾਂ ਹੀ ਜੀਵ ਦੀ ਬਤੀਤ ਹੋ ਜਾਵੇ, ਮੌਤ ਹੋ ਜਾਂਦੀ ਹੈ, ਫਿਰ ਉਹਦਾ ਵਾਹਨ ਬਣਨਾ ਪੈਂਦਾ ਹੈ। ਤੇ ਮਹਾਰਾਜ ਕਹਿੰਦੇ ਇੱਕ ਨਹੀਂ ਤਮਾਮ ਬਹੁਤ ਸਾਰੇ ਸੰਸਾਰ ਦੇ ਜੀਵ ਹਨ। ਕੋਈ ਕਿਸੇ ਦਾ ਜਾਪ ਕਰਦਾ ਹੈ, ਕੋਈ ਕਿਸੇ ਦਾ ਜਾਪ ਕਰਦਾ ਹੈ, ਪਰ ਦਵੇਸ਼ ਭਾਵਨਾ ਮਨ ਦੇ ਵਿੱਚੋਂ ਨਹੀਂ ਮਿਟਦੀ। ਹਿਰਦੇ ਅੰਦਰ ਮਨ ਦੀ ਇਕਾਗਰਤਾ ਪਰਮ ਸੁੱਖ ਨਹੀਂ ਜੀਵ ਨੂੰ ਪ੍ਰਾਪਤ ਹੁੰਦਾ ਜਦੋਂ ਤੱਕ ਪਰਮਾਤਮਾ ਦਾ ਜਾਪ ਨਹੀਂ ਕਰਦਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਜਾਸ ਜਪਤ ਮਨ ਹੋਏ ਆਨੰਦ। ਇਹ ਗੁਰਸਿੱਖੋ, ਜਿਸ ਪਰਮੇਸ਼ਰ ਦਾ ਜਾਪ ਕਰਨੇ ਕਰਕੇ ਮਨ ਵਿੱਚ ਘਣਾ ਆਨੰਦ ਪ੍ਰਾਪਤ ਹੁੰਦਾ ਹੈ। ਉਹ ਕੈਸਾ ਆਨੰਦ ਹੈ?
ਉਸ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਕੋਈ ਕਥਨ ਕਰਕੇ ਉਚਾਰਨ ਕਰਕੇ ਦੱਸ ਹੀ ਨਹੀਂ ਸਕਦਾ ਕਿ ਵਾਹਿਗੁਰੂ ਦੇ ਨਾਮ ਦਾ ਕਿੰਨਾ ਜ਼ਿਆਦਾ ਹਿਰਦੇ ਅੰਦਰ ਆਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਦਾ ਪਾਵਨ ਫਰਮਾਨ ਆਉਂਦਾ ਹੈ, ਜਿਵੇਂ ਕਿਸੇ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਸਵਾਦ ਪੁੱਛਿਆ ਜਾਵੇ ਤੇ ਉਹ ਨਹੀਂ ਦੱਸ ਸਕਦਾ। ਹਾਂ, ਉਹਦੇ ਚਿਹਰੇ ਤੋਂ, ਉਹਦੀ ਮੁਸਕਰਾਹਟ ਤੋਂ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਬੜਾ ਖੁਸ਼ ਹੈ, ਇਹਨੂੰ ਬਹੁਤ ਆਨੰਦ ਪ੍ਰਾਪਤ ਹੋਇਆ ਗੁੜ ਖਾ ਕੇ, ਬੜਾ ਸਵਾਦ ਲੱਗਾ, ਪਰ ਉਹ ਦੱਸ ਨਹੀਂ ਸਕਦਾ। ਇਹੋ ਮਹਾਰਾਜ ਕਹਿੰਦੇ, ਜਿਸ ਨੇ ਇਹ ਸਵਾਦ ਚਖਿਆ, ਜਿਸ ਨੇ ਇਸ ਵਾਹਿਗੁਰੂ ਦੇ ਨਾਮ ਦਾ ਆਨੰਦ ਮਾਣਿਆ, ਉਹ ਕਥਨ ਨਹੀਂ ਕਰ ਸਕਦਾ, ਬਿਆਨ ਕਰਕੇ ਸ਼ਬਦਾਂ ਦੇ ਰਾਹੀਂ ਜਾਂ ਕਲਮ ਦੇ ਰਾਹੀਂ ਲਿਖ ਕੇ ਨਹੀਂ ਦੱਸ ਸਕਦਾ ਕਿ ਇੰਨਾ ਕੋ ਆਨੰਦ ਹੈ ਪਰਮੇਸ਼ਰ ਦੇ ਨਾਮ ਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਉਂ ਕਹਿ ਲਈਏ ਕਿ ਇੰਨਾ ਕੜਾ ਆਨੰਦ ਹੈ ਕਿ ਉਹਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਬੇਅੰਤ ਵਾਹਿਗੁਰੂ ਜੀ ਦੇ ਨਾਮ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਐ ਗੁਰਸਿੱਖੋ ਜਾਸ ਜਪਤ ਮਨ ਹੋਏ ਆਨੰਦ। ਜਿਸ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰਨੇ ਕਰਕੇ ਹਿਰਦੇ ਅੰਦਰ ਕਣਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਬਿਨਸੈ ਦੂਜਾ ਪਾਓ। ਇਹ ਜਿਹੜੀ ਦਵੈਸ਼ ਭਾਵਨਾ ਹੈ ਨਾ ਮਨ ਦੇ ਵਿੱਚ, ਉਹ ਬਿਨਸ ਜਾਂਦੀ ਹੈ ਵਾਹਿਗੁਰੂ ਦਾ ਜਾਪ ਕਰਨੇ ਕਰਕੇ। ਹੋਰ ਦੁਨਿਆਵੀ ਜਾਪ ਕਰਦਾ ਤੇ ਹੋਰ ਕਈ ਗੁਣਾ ਵੱਧ ਮਨ ਦੇ ਵਿੱਚ ਈਰਖਾ ਵੱਧਦੀ ਹੈ, ਦੁਬਿਧਾ ਵੱਧਦੀ ਹੈ। ਪਰ ਪਰਮੇਸ਼ਰ ਦਾ ਜਾਪ ਹਿਰਦੇ ਵਿੱਚੋਂ ਦੁਬਿਧਾ, ਦਵੈਸ਼, ਈਰਖਾ ਇਹਨੂੰ ਖਤਮ ਕਰ ਦਿੰਦਾ, ਮਿਟਾ ਦਿੰਦਾ, ਇਹਦੀ ਹੋਂਦ ਹੀ ਮਿਟਾ ਦਿੰਦਾ ਹੈ। ਐਸਾ ਪਰਮੇਸ਼ਰ ਦੇ ਜਾਪ ਦਾ ਪ੍ਰਤਾਪ ਹੈ। ਦੁਨੀਆ ਦੇ ਜਾਂ ਦੈਵੀ ਸ਼ਕਤੀਆਂ ਦੇ, ਭੂਤਾਂ ਪ੍ਰੇਤਾਂ ਦੇ ਟੂਣੇ ਟਾਮਣ ਆਦਿ ਕਿਸੇ ਪ੍ਰੇਤਾਂ ਦਾ ਜਾਪ ਕਰਦਾ ਹੈ, ਉਹ ਜਾਪ ਕਰਨੇ ਕਰਕੇ ਦੁਨੀਆ ਦਾ ਕੋਈ ਨਾ ਕੋਈ ਮਾਇਆ ਦਾ ਸੁੱਖ ਤਾਂ ਮਿਲ ਜਾਊ, ਪਰ ਹਿਰਦੇ ਦੀ ਦਵੈਸ਼ ਭਾਵਨਾ ਨਹੀਂ ਕਦੇ ਮਿਟ ਸਕਦੀ। ਜੇ ਪ੍ਰਮਾਤਮਾ ਦਾ ਜਾਪ ਕਰਦਾ ਹੈ ਤੇ ਮਹਾਰਾਜ ਕਹਿੰਦੇ ਬਿਨਸੈ ਦੂਜਾ ਭਾਉ। ਦਵੈਸ਼ ਭਾਵਨਾ ਮਨ ਦੇ ਵਿੱਚੋਂ ਮਿਟ ਜਾਂਦੀ ਹੈ, ਹਿਰਦੇ ਦੀ ਈਰਖਾ ਵਾਲੀ ਭਾਵਨਾ ਮਨ ਦੇ ਵਿੱਚੋਂ ਚਲੀ ਜਾਂਦੀ ਹੈ। ਕਿਸੇ ਨਾਲ ਫਿਰ ਈਰਖਾ ਨਹੀਂ ਕਰਦਾ, ਕਿਸੇ ਨਾਲ ਵੀ ਕੋਈ ਤਾਤ ਨਹੀਂ ਮਨ ਦੇ ਵਿੱਚ ਰੱਖਣਾ ਕਰਦਾ, ਜੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ ਹੈ। ਸਤਿਗੁਰੂ ਜੀ ਦਾ ਫਰਮਾਨ ਆਉਂਦਾ ਹੈ, ਐਸੀ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਦੀ ਇਹ ਅਮੋਲਕ ਦਾਤ ਹੈ, ਐਸੀ ਮਹਾਨ ਵਡਿਆਈ ਹੈ ਜੋ ਗੁਰਸਿੱਖ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹਨ। ਮਹਾਰਾਜ ਕਹਿੰਦੇ ਉਹਨਾਂ ਦੀ ਪਰਾਈ ਜਿਹੜੀ ਈਰਖਾ ਤਾਤ ਹੈ ਨਾ ਮਨ ਦੇ ਵਿੱਚੋਂ ਮਿਟ ਗਈ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕਉ ਬਾਨੇ ਆਈ। हे ਮਹਾਰਾਜ, ਨਾ ਕੋਈ ਸਾਨੂੰ ਆਪਣਾ, ਨਾ ਕੋਈ ਪਰਾਇਆ ਲੱਗਦਾ, ਨਾ ਕੋਈ ਮਿੱਤਰ ਅਤੇ ਨਾ ਕੋਈ ਦੁਸ਼ਮਣ ਸਾਨੂੰ ਨਜ਼ਰ ਆਉਂਦਾ ਹੈ। ਸਭ ਦੇ ਵਿੱਚ ਮਹਾਰਾਜ ਆਪ ਜੀ ਦਾ ਸਵਰੂਪ ਹੀ ਸਾਨੂੰ ਨਜ਼ਰ ਆਉਂਦਾ ਹੈ। ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਮ ਦੀ ਵਡਿਆਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਯਾਸ ਜਪਤ ਮਨ ਹੋਏ ਆਨੰਦ, ਬਿਨਸੈ ਦੂਜਾ ਭਾਉ। ਐ ਗੁਰਸਿੱਖੋ, ਜਿਸ ਵਾਹਿਗੁਰੂ ਦਾ ਜਾਪ ਕਰਨੇ ਕਰਕੇ ਹਿਰਦੇ ਅੰਦਰ ਕਣਾ ਆਨੰਦ ਪ੍ਰਾਪਤ ਹੁੰਦਾ ਹੈ, ਦਵੈਸ਼ ਭਾਵਨਾ ਮਨ ਦੇ ਵਿੱਚੋਂ ਈਰਖਾ ਵਾਲੀ ਭਾਵਨਾ ਮਿਟ ਜਾਂਦੀ ਹੈ। ਸਾਰੇ ਸੰਸਾਰ ਨੂੰ ਫਿਰ ਜੀਵ ਸਮ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ, ਬ੍ਰਹਮ ਦ੍ਰਿਸ਼ਟੀ ਦੇ ਨਾਲ ਸਭ ਜੀਵਾਂ ਨੂੰ ਤੱਕਦਾ ਹੈ। ਦੁਖ ਦਰਦ ਤ੍ਰਿਸ਼ਨਾ 부ਜੈ। ਮਨੁੱਖ ਦੇ ਜੀਵਨ ਦੇ ਅੰਦਰ ਜਿਹੜੇ ਜੰਮਣ ਮਰਨ ਦਾ ਦੁੱਖ ਹੈ, ਜਾਂ ਮਹਾਰਾਜ ਕਹਿੰਦੇ ਦਰਦ ਸਰੀਰ ਕਰਕੇ ਚਾਹੇ ਪੀੜਾਂ ਲੱਗ ਜਾਣੀਆਂ, ਦੁੱਖ ਦਰਦ ਤ੍ਰਿਸ਼ਨਾ 부ਜੈ। ਤ੍ਰਿਸ਼ਨਾ ਦੀ ਅੱਗ, ਪਦਾਰਥਾਂ ਦੀ ਜਿਹੜੀ ਭੁੱਖ ਹੈ, ਉਹ ਵੀ ਜੀਵ ਦੀ ਬੁੱਝ ਜਾਂਦੀ ਹੈ, ਮਿਟ ਜਾਂਦੀ ਹੈ। ਐਸਾ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ। ਵਾਹਿਗੁਰੂ ਦੇ ਜਾਪ ਕਰਨੇ ਦਾ ਮਹਾਨ ਵੱਡਾ ਫਲ ਹੈ, ਵੱਡਾ ਮਹਾਤਮ ਹੈ, ਪਰਮ ਫਲ ਹੈ, ਜਿਹਦੇ ਸਮਾਨ ਕੋਈ ਦੁਨੀਆ ਦਾ ਫਲ ਨਹੀਂ ਪ੍ਰਾਪਤ ਹੋ ਸਕਦਾ। ਇਸ ਪ੍ਰਕਾਰ ਦੁੱਖ ਦਰਦ ਤ੍ਰਿਸ਼ਨਾ 부ਜੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੈ ਜੀਵ ਅਗਿਆਨ ਦਾ ਦੁੱਖ ਵੀ ਮਿਟ ਜਾਂਦਾ ਹੈ ਪਰਮੇਸ਼ਰ ਦਾ ਜਾਪ ਕਰਨੇ ਕਰਕੇ। ਮਹਾਰਾਜ ਹੋਰ ਕੀ ਫਲ ਪ੍ਰਾਪਤ ਹੁੰਦਾ? ਹਜੂਰ ਕਹਿੰਦੇ ਹਨ, ਜਿਹੜੀ ਅਵਿਦਿਆ ਦੀ ਪੀੜਾ ਲੱਗੀ ਹੋਈ ਹੈ ਨਾ, ਜਿਸ ਕਰਕੇ ਬਾਰ-ਬਾਰ ਤੈਨੂੰ ਦੁਖੀ ਹੋਣਾ ਪੈਂਦਾ ਹੈ,
ਬਾਰ-ਬਾਰ ਤੈਨੂੰ ਆਤਰ ਹੋਣਾ ਪੈਂਦਾ ਹੈ, ਘਗਿਆ ਕੇ ਬਾਰ-ਬਾਰ ਦਰ-ਦਰ ਤੇ ਠੋਕਰਾਂ ਖਾਣੀਆਂ ਪੈਂਦੀਆਂ, ਦਰ-ਦਰ ਤੇ ਬਾਰ-ਬਾਰ ਵਿਲਕਣੀਆਂ ਲੈ ਕਰਕੇ ਭਟਕਦਾ ਰਹਿੰਦਾ, ਇਹ ਮਿਟ ਜਾਂਦਾ ਹੈ। ਅਵਿਦਿਆ ਦੀ ਪੀੜਾ ਵੀ ਚਲੀ ਜਾਂਦੀ ਹੈ। ਫਿਰ ਤ੍ਰਿਸ਼ਨਾ ਪਦਾਰਥਾਂ ਦੀ ਭੁੱਖ ਕਰਕੇ ਤੈਨੂੰ ਕਦੇ ਵੀ ਟਿਕਾਊ ਨਹੀਂ ਪ੍ਰਾਪਤ ਹੁੰਦਾ। ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਦਾ, ਕਦੇ ਕਿਸੇ ਦਰ ਤੇ, ਫਿਰ ਮਿਰਗ ਦੀ ਤਰ੍ਹਾਂ ਬਾਰ-ਬਾਰ ਭੱਜਦਾ ਫਿਰਦਾ ਪਦਾਰਥਾਂ ਰੂਪੀ ਪਾਣੀ ਨੂੰ ਪਾਉਣ ਦੇ ਵਾਸਤੇ। ਪਰ ਜਿਵੇਂ ਹਿਰਨ ਦੀ ਸਾਧ ਸੰਗਤ ਜੀ ਪਿਆਸ ਨਹੀਂ ਨਾ ਬੁਝਦੀ, ਮਾਰੂਥਲ ਇਲਾਕਿਆਂ ਦੇ ਵਿੱਚ ਭੱਜਾ ਹੀ ਫਿਰਦਾ। ਜਦੋਂ ਸੂਰਜ ਦਾ ਪ੍ਰਤੀਬਿੰਬ ਪੈਂਦਾ, ਸੂਰਜ ਦੀਆਂ ਕਿਰਨਾਂ ਪੈਣੇ ਕਰਕੇ ਰੇਤ ਚਮਕਦੀ ਹੈ, ਤੇ ਹਿਰਨ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਹੁਤ ਸਾਰਾ ਉੱਥੇ ਪਾਣੀ ਹੈ। ਪਿਆਸ ਲੱਗੀ ਹੁੰਦੀ, ਬੜੀ ਤੇਜ਼ੀ ਦੇ ਨਾਲ ਜਾ ਕੇ ਭੱਜ ਕੇ ਜਾਂਦਾ ਤੇ ਉੱਥੇ ਪਾਣੀ ਨਹੀਂ ਹੁੰਦਾ, ਰੇਤ ਹੁੰਦੀ ਹੈ। ਫਿਰ ਅੱਗੇ ਰੇਤ ਚਮਕਦੀ ਹੁੰਦੀ, ਫਿਰ ਭੱਜ ਕੇ ਜਾਂਦਾ ਕਿ ਮੇਰੀ ਪਿਆਸ ਬੁੱਝ ਜਾਵੇਗੀ। ਪਰ ਅਸਲ ਦੇ ਵਿੱਚ ਉਹ ਰੇਤ ਹੁੰਦੀ ਹੈ, ਪਿਆਸ ਬੁੱਝਦੀ ਨਹੀਂ। ਆਖਰਕਾਰ ਉਹ ਆਪਣਾ ਦਮ ਤੋੜ ਦਿੰਦਾ, ਮਰ ਜਾਂਦਾ। ਅਜਿਹੇ ਮਹਾਰਾਜ ਕਹਿੰਦੇ ਜ਼ਿੰਦਗੀ ਜਿਹੜੀ ਹੈ ਨਾ ਤ੍ਰਿਸ਼ਨਾਲੂ ਬੰਦੇ ਦੀ ਹੈ। ਜਿਹੜਾ ਮਨੁੱਖ ਤ੍ਰਿਸ਼ਨਾ ਰੂਪੀ ਲਟ ਲਟ ਕਰਦੀ ਹੋਈ ਜਿਸ ਦੇ ਹਿਰਦੇ ਅੰਦਰ ਇਹ ਜਲਨ, ਇਹ ਅੱਗ ਬਲ ਰਹੀ ਹੈ ਨਾ, ਮਹਾਰਾਜ ਕਹਿੰਦੇ ਉਹਦਾ ਮਨ ਕਦੇ ਸ਼ਾਂਤ ਨਹੀਂ ਹੋ ਸਕਦਾ। ਉਹ ਜਿੰਨਾ ਚਿਰ ਸਬਰ ਸੰਤੋਖ ਨਹੀਂ ਜੀਵਨ ਦੇ ਵਿੱਚ ਧਾਰਨ ਕਰਦਾ, ਉਹ ਹਿਰਨ ਦੀ ਤਰ੍ਹਾਂ ਭੱਜਾ ਹੀ ਫਿਰਦਾ ਹੈ, ਦਰ ਦਰ ਤੇ ਭਟਕਦਾ ਹੈ। ਪਦਾਰਥਾਂ ਰੂਪੀ ਜਿਹੜੀ ਪਿਆਸ ਹੈ ਸਾਧ ਸੰਗਤ ਜੀ ਬੁਝਦੀ ਨਹੀਂ ਹੈ। ਮਨ ਦੇ ਅੰਦਰ ਪਿਆਸ ਜਿਹੜੀ ਲੱਗੀ ਰਹੀ ਹੈ ਨਾ ਪਦਾਰਥਾਂ ਰੂਪੀ ਜਲ ਦੀ, ਉਹ ਮਿਟਦੀ ਨਹੀਂ ਹੈ, ਬਾਰ-ਬਾਰ ਭਟਕਦਾ ਹੀ ਫਿਰਦਾ ਹੈ। ਇਹ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਜਾਪ ਕਰਨੇ ਕਰਕੇ ਮਿਟ ਜਾਂਦੀ ਹੈ। ਦੁੱਖ ਦਰਦ ਤ੍ਰਿਸ਼ਨਾ ਬੁਝੈ। ਇਹ ਜੰਮਣ ਮਰਨ ਦਾ ਦੁੱਖ ਵੀ, ਅਵਿਦਿਆ ਦੀ ਪੀੜਾ ਵੀ, ਫਿਰ ਤ੍ਰਿਸ਼ਨਾ ਦੀ ਅੱਗ ਵੀ ਬੁਝ ਜਾਂਦੀ ਹੈ। ਨਾਨਕ ਨਾਮ ਸਮਾਓ। ਇਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾਉਣਾ ਹੋ ਜਾਂਦਾ ਹੈ। ਨਾਮੀ ਪਰਮੇਸ਼ਰ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ ਜੇ ਪਿਆਰ ਦੇ ਨਾਲ ਵਾਹਿਗੁਰੂ ਦਾ ਜਾਪ ਕਰਦਾ, ਇੱਕ ਚਿੱਤ ਹੋ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਪ੍ਰਤੱਖ ਵਾਹਿਗੁਰੂ ਦੇ ਸਾਖਸ਼ਾਤ ਜਾਣ ਕਰਕੇ ਇਹ ਪ੍ਰਮਾਤਮਾ ਹਰ ਸਮੇਂ ਮੈਨੂੰ ਦੇਖਦਾ ਹੈ, ਹਰ ਸਮੇਂ ਮੈਨੂੰ ਸੁਣਦਾ ਹੈ, ਹਰ ਇੱਕ ਹਰਕਤ ਨੂੰ, ਮੇਰੀ ਪੀੜਾ ਨੂੰ ਪਹਿਚਾਨਣ ਵਾਲਾ ਹੈ। ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦਾ ਤੇ ਹਜੂਰ ਕਹਿੰਦੇ ਉਹ ਨਾਮੀ ਪ੍ਰਮਾਤਮਾ ਦੇ ਵਿੱਚ ਹੀ ਜੀਵ ਦਾ ਅਭੇਦਤਾ ਹੋ ਜਾਂਦੀ ਹੈ, ਨਾਮ ਦਾ ਹੀ ਰੂਪ ਹੋ ਜਾਂਦਾ ਹੈ। ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਹੀ ਕਰਦਾ ਹੈ। ਪੌੜੀ ਯਾ ਜਾਰੋ ਦੁਰਮਤ ਦੋ। ਸਤਿਗੁਰੂ ਜੀ ਇਹ ਮੂਲ ਰੂਪ ਦੇ ਵਿੱਚ ਪਹਿਲਾਂ ਸ਼ਲੋਕ ਉਚਾਰਨ ਕਰਦੇ ਆ, ਹੁਣ ਪੌੜੀ ਨੂੰ ਵਿਸਥਾਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ। ਹਜੂਰ ਨੇ ਫਰਮਾਨ ਕੀਤਾ, ਯਈਆ ਜਾਰੋ ਦੁਰਮਤ ਦੋ। ਇਹ ਜੀਵ ਦੁਰਮਤ ਨੂੰ ਆਪਣੇ ਮਨ ਦੇ ਵਿੱਚੋਂ ਸਾੜ ਦੇਣਾ ਕਰ। ਗੁਰੂ ਕੇ ਸ਼ਬਦ ਦਾ ਅਭਿਆਸ ਕਰ ਕਰਕੇ ਜਿਹੜੀ ਦੁਰਮਤ ਨੂੰ ਧਾਰਨ ਕੀਤਾ ਹੈ, ਜਿਸ ਦੁਰਮਤ ਦੇ ਧਾਰਨ ਕਰਨੇ ਕਰਕੇ ਸੰਸਾਰ ਦੇ ਨਾ ਖਾਣੇ ਯੋਗ ਪਦਾਰਥਾਂ ਨੂੰ ਵੀ ਖਾਈ ਜਾਂਦਾ ਹੈ, ਜਿਸ ਦੁਰਮਤ ਖੋਟੀ ਮਤ ਨੂੰ ਧਾਰਨ ਕਰਨੇ ਕਰਕੇ ਅੱਖਾਂ ਨਾਲ ਪਰਾਈ ਰੂਪਾਂ ਨੂੰ ਤੱਕਦਾ, ਜ਼ੁਬਾਨ ਤੋਂ ਪਰਾਈ ਨਿੰਦਿਆ ਕਰਦਾ, ਕੰਨਾਂ ਤੋਂ ਪਰਾਈ ਨਿੰਦਿਆ ਸੁਣਨ ਦੇ ਵਿੱਚ ਲੱਗਾ ਰਹਿੰਦਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਕਿੱਥੋਂ ਖੋਟੀ ਮਤ ਧਾਰਨ ਕਰਨ ਲਈ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ, ਐਸੀ ਦੁਰਮਤ ਕਿਸੋਂ ਤੋਂ ਧਾਰਨ ਕਰ ਲਈ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਜਈਆ ਜਾਰੋ ਦੁਰਮਤ ਦੋ। ਦੋ ਜਿਹੜਾ ਦੁੰਦਵਾਦ ਹੈ, ਦਵੈਸ਼ ਭਾਵਨਾ ਹੈ, ਖੋਟੀ ਮਤ ਨੂੰ ਧਾਰਨ ਕੀਤਾ ਹੈ। ਇਹ ਜੀਵ ਸ਼ਬਦ ਦਾ ਅਭਿਆਸ ਕਰ ਕਰਕੇ ਇਸ ਨੂੰ ਸਾੜ ਦੇਣਾ ਕਰ। ਤਿਸ ਹੈ ਤਿਆਗ ਸੁਖ ਸਹਜੇ ਸੋ। ਇਹਦਾ ਤਿਆਗ ਕਰੇਗਾ ਤੇ ਸੁਭਾਵਿਕ ਹੀ ਤੈਨੂੰ ਆਤਮਿਕ ਸੁਖ ਪ੍ਰਾਪਤ ਹੋ ਜਾਵੇਗਾ। ਜੀਵਨ ਦੇ ਅੰਦਰ ਮਨੁੱਖ ਹਰ ਕੋਈ ਇਹੋ ਹੀ ਲੋੜਦਾ ਨਾ ਕਿ ਮੈਨੂੰ ਪਰਮ ਸੁਖ ਪ੍ਰਾਪਤ ਹੋ ਜਾਵੇ, ਜ਼ਿੰਦਗੀ ਮੇਰੀ ਸੁਖਾਲੀ ਬਤੀਤ ਹੋਵੇ, ਜੀਵਨ ਸੁੱਖਾਂ ਦੇ ਸਹਿਤ ਨਿਰਵਾਹ ਹੋਵੇ, ਇਹੋ ਕੁਝ ਹੀ ਬਾਰ-ਬਾਰ ਚਾਹੁੰਦਾ ਲੋੜਦਾ ਰਹਿੰਦਾ। ਪਰ ਮਹਾਰਾਜ ਕਹਿੰਦੇ ਜਦੋਂ ਤੱਕ ਗੁਰਮਤਿ ਨੂੰ ਧਾਰਨ ਕਰਕੇ ਦਵੈਸ਼ ਭਾਵਨਾ ਆਪਣੇ ਮਨ ਦੇ ਵਿੱਚੋਂ ਦੁਰਮਤ ਦਾ ਅਭਾਵ ਨਹੀਂ ਕਰਦਾ, ਉਦੋਂ ਤੱਕ ਕਦਾ ਚਿੱਤ ਵੀ ਤੈਨੂੰ ਪਰਮ ਸੁੱਖ ਨਹੀਂ ਪ੍ਰਾਪਤ ਹੋਣ ਵਾਲਾ। ਜੇ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਿੱਖਿਆ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਵੇ,
ਔਰ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਗੁਰਮਤਿ ਨੂੰ ਜੀਵਨ ਦੇ ਵਿੱਚ ਕਮਾ ਲਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਸੁਭਾਵਕ ਹੀ ਜੀਵ ਤੈਨੂੰ ਪਰਮ ਸੁਖ ਪ੍ਰਾਪਤ ਹੋ ਜਾਵੇਗਾ। ਯਈਆ ਜਾਏ ਪਰਹੋ ਸੰਤ ਸਰਨਾ। हे ਮਹਾਰਾਜ ਜੀ, ਗੁਰਮਤਿ ਕਿੱਥੋਂ ਪ੍ਰਾਪਤ ਹੁੰਦੀ ਹੈ? ਪਰਮੇਸ਼ਰ ਦੇ ਨਾਮ ਦਾ ਰੰਗ ਕਿੱਥੋਂ ਲੱਗਦਾ ਹੈ? ਸਤਿਗੁਰੂ ਜੀ ਕਹਿੰਦੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਨਾ ਕਿ ਜਦੋਂ ਤੱਕ ਇਹ ਮਨੁੱਖ ਸਤ ਸੰਗਤ ਨਹੀਂ ਕਰਦਾ ਉਦੋਂ ਤੱਕ ਵਾਹਿਗੁਰੂ ਦੇ ਨਾਮ ਦਾ ਪਿਆਰ ਨਹੀਂ ਲੱਗਦਾ। ਜੇ ਪਿਆਰ ਨਹੀਂ ਹਿਰਦੇ ਅੰਦਰ ਲੱਗਦਾ ਤੇ ਫਿਰ ਕੀਤੀ ਹੋਈ ਭਗਤੀ ਵੀ ਫਲੀਭੂਤ ਨਹੀਂ ਹੋਵਣਾ ਕਰਦੀ, ਪੂਰਾ ਲਾਭ ਨਹੀਂ ਕਦੇ ਵੀ ਪ੍ਰਾਪਤ ਕਰ ਸਕਦਾ। ਐਸੀ ਮਹਾਨ ਸਤ ਸੰਗਤ ਦੀ ਵਡਿਆਈ ਹੈ। ਇਸ ਲਈ ਮਹਾਰਾਜ ਕਹਿੰਦੇ ਯਈਆ ਜਾਏ ਪਰਹੋ ਸੰਤ ਸਰਨਾ। ਇਹ ਪ੍ਰਾਣਾ ਧਾਰੇ ਜੀ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸ਼ਰਨ ਦੇ ਵਿੱਚ ਪੈਣਾ ਕਰ। ਪਿਆਰ ਦੇ ਨਾਲ ਹਿਰਦੇ ਅੰਦਰ ਭਾਵਨਾ ਧਾਰਨ ਕਰਕੇ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਕਰਿਆ ਕਰ। ਜਿਹ ਆਸਰ ਆ ਭਵ ਜਲ ਤਰਨਾ। ਜਿਸ ਪਿਆਰੀ ਸੰਗਤ ਦੇ ਆਸਰੇ ਇਹ ਭਵ ਜਲ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਸੁਭਾਵਕ ਹੀ ਭਵ ਸਾਗਰ ਤੋਂ ਤਰ ਜਾਵੇਗਾ। ਇਹ ਜੀਵ ਜੇਕਰ ਮਹਾਰਾਜ ਸਾਹਿਬ ਜੀ ਦੀ ਪਿਆਰੀ ਸੰਗਤ ਕਰਨਾ ਕਰੇ। ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਮਹਾਰਾਜ ਕਹਿੰਦੇ ਕਿ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਜੇ ਮਹਾਰਾਜ ਤੁਰੋਂ ਹੀ ਜਿਨ੍ਹਾਂ ਦੇ ਮਸਤਕ ਦੇ ਲੇਖ ਕਰਕੇ ਪਾ ਦਿੰਦੇ ਹਨ ਤੇ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਮਨੁੱਖ ਸੰਗਤ ਤਾਂ ਕਰਦਾ ਪਰ ਜੇ ਮਾੜੀ ਸੰਗਤ ਕਰ ਲਵੇ ਸੁਧਰਿਆ ਹੋਇਆ ਜੀਵਨ ਵੀ ਸਾਧ ਸੰਗਤ ਜੀ ਵਿਗੜ ਜਾਂਦਾ ਹੈ। ਪਰ ਜੇ ਵਿਗੜਿਆ ਹੋਇਆ ਵੀ ਜੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਨਾਮ ਜਪਣ ਵਾਲਿਆਂ ਦੀ ਸੰਗਤ ਕਰ ਲਵੇ, ਉਹ ਆਪਣੇ ਜੀਵਨ ਨੂੰ ਸੁਧਾਰ ਲੈਂਦਾ ਹੈ, ਸਫਲ ਬਣਾ ਲੈਂਦਾ ਹੈ। ਇਹ ਸੰਗਤ ਦਾ ਹੀ ਅਸਰ ਹੈ, ਪ੍ਰਭਾਵ ਹੈ। ਮਨ ਦੇ ਉੱਪਰ ਉਹੋ ਜਿਹਾ ਪ੍ਰਭਾਵ ਪੈ ਜਾਂਦਾ। ਮਨੁੱਖ ਜਿਹੋ ਜਿਹੇ ਜੀਵਨ ਦੇ ਅੰਦਰ ਸੰਗਤ ਕਰਦਾ ਤੇ ਹਜੂਰ ਕਹਿੰਦੇ ਹਨ ਯਈਆ ਜਾਏ ਪਰਹੋ ਸੰਤ ਸਰਨਾ। ਜੇ ਆਸਰ ਇਹ ਭਵ ਜਲ ਤਰਨਾ। ਜਿਸ ਪਿਆਰੀ ਸਤ ਸੰਗਤ ਦੇ ਆਸਰੇ ਕਰਕੇ ਭਵ ਸਾਗਰ ਤੋਂ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਇਹ ਜੀਵ ਉਹਨਾਂ ਸਤਿਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਜੁੜਿਆ ਕਰ, ਸੰਗਤ ਦੇ ਵਿੱਚ ਜੁੜਿਆ ਕਰ, ਪਿਆਰ ਦੇ ਨਾਲ ਮਹਾਰਾਜ ਦੀ ਸੰਗਤ ਕਰਿਆ ਕਰ। ਯਈਆ ਜਨਮ ਨਾ ਆਵੈ ਸੋ। ਹਜੂਰ ਕਹਿੰਦੇ ਉਹ ਗੁਰਮੁਖ ਪਿਆਰਾ ਦੁਬਾਰਾ ਫਿਰ ਸੰਸਾਰ ਦੇ ਅੰਦਰ ਜਨਮ ਲੈ ਕੇ ਨਹੀਂ ਆਵਣਾ ਕਰਦਾ। ਬਾਰ-ਬਾਰ ਉਸ ਨੂੰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕ ਕੇ ਸੰਸਾਰ ਦੇ ਅੰਦਰ ਸਰੀਰ ਨਹੀਂ ਧਾਰਨ ਕਰਨਾ ਪੈਂਦਾ, ਬਾਰ-ਬਾਰ ਜਨਮ ਨਹੀਂ ਦੁਬਾਰਾ ਧਾਰਨ ਕਰਨਾ ਪੈਂਦਾ। ਏਕ ਨਾਮ ਲੈ ਮਨ ਹੈ ਪਰੋ। ਜੋ ਵਡ ਭਾਗਾ ਪੁਰਖ ਇੱਕ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦਾ, ਮਹਾਰਾਜ ਕਹਿੰਦੇ ਆਪਣੇ ਗਲ ਦਾ ਹਾਰ ਬਣਾ ਕਰਕੇ ਪਰੋ ਕੇ ਰੱਖ ਲੈਂਦਾ ਹੈ। ਏਕ ਨਾਮ ਲੈ ਮਨ ਹੈ ਪਰੋ। ਜਿਸ ਨੇ ਸਵਾਸਾਂ ਰੂਪੀ ਸੂਤਰ ਬਣਾ ਕਰਕੇ ਤੇ ਪਰਮੇਸ਼ਰ ਦੇ ਨਾਮ ਨੂੰ ਮਣਕੇ ਬਣਾ ਕਰਕੇ ਆਪਣੇ ਹਿਰਦੇ ਕੰਠ ਦੇ ਵਿੱਚ ਅੰਤਸ਼ਕਰਨ ਦੇ ਵਿੱਚ ਧਾਰਨ ਕਰ ਲਿਆ, ਮਹਾਰਾਜ ਕਹਿੰਦੇ ਉਹ ਦੁਬਾਰਾ ਫਿਰ ਸੰਸਾਰ ਦੇ ਅੰਦਰ ਜਨਮ ਨਹੀਂ ਧਾਰਨ ਕਰਕੇ ਆਇਆ। ਦੁਬਾਰਾ ਉਸ ਨੂੰ ਜਨਮ ਧਾਰਨ ਹੀ ਨਹੀਂ ਕਰਨਾ ਪਿਆ, ਜਗਤ ਦੇ ਅੰਦਰ ਜਨਮ ਹੀ ਨਹੀਂ ਲੈਣਾ ਪਿਆ। ਜਿਸ ਨੇ ਹਰ ਇੱਕ ਸਵਾਸ ਨੂੰ ਪਰਮੇਸ਼ਰ ਦੇ ਨਾਮ ਦਾ ਮਣਕਾ ਬਣਾ ਲਿਆ, ਹਰ ਸਵਾਸ ਦੇ ਨਾਲ ਮੁਖ ਤੋਂ ਵਾਹਿਗੁਰੂ 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 ਉਚਾਰਨ ਕਰਦਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ, ਉਹ ਫਿਰ ਦੁਬਾਰਾ ਸੰਸਾਰ ਦੇ ਅੰਦਰ ਦੁਬਾਰਾ ਉਹਨੂੰ ਜਨਮ ਨਹੀਂ ਧਾਰਨ ਕਰਨਾ ਪਿਆ, ਬਾਰ-ਬਾਰ ਉਸ ਨੂੰ ਸੰਸਾਰ ਸਮੁੰਦਰ ਦੇ ਵਿੱਚ ਜਨਮ ਨਹੀਂ ਧਾਰਨ ਕਰਕੇ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਣੇ ਪਏ। ਯਈਆ ਜਨਮ ਨਾ ਹਾਰੀਐ। ਔਰ ਹਜੂਰ ਕਹਿੰਦੇ ਹਨ ਇਹ ਪ੍ਰਾਣਾ ਧਾਰੀ ਜੀਵ ਯਈ ਅੱਖਰ ਦੁਆਰਾ ਮਹਾਰਾਜ ਉਪਦੇਸ਼ ਦੇ ਰਹੇ ਹੈ। ਮਹਾਰਾਜ ਕਹਿੰਦੇ ਹਨ ਦੁਬਾਰਾ ਫਿਰ ਜਨਮ ਨਹੀਂ ਧਾਰਨ ਸੰਸਾਰ ਦੇ ਅੰਦਰ ਹਾਰ ਖਾ ਕੇ ਜਾਣਾ ਪੈਂਦਾ, ਕਿਉਂਕਿ ਕੋ ਜਿਹੜੇ ਜਵਾਰੀਆਂ ਦੀ ਤਰ੍ਹਾਂ ਸੱਚੇ ਪ੍ਰਮਾਤਮਾ ਦੇ ਜਾਪ ਕਰਨਾ ਛੱਡ ਦਿੰਦੇ ਹਨ, ਸੱਚ ਸਰੂਪ ਨੂੰ ਛੱਡ ਕਰਕੇ ਸੰਸਾਰ ਦੇ ਝੂਠ ਦੇ ਨਾਲ ਜੁੜ ਜਾਂਦੇ ਆ, ਉਹ ਜਵਾਰੀਆਂ ਦੀ ਤਰ੍ਹਾਂ ਮਨੁੱਖਾਂ ਦੀ ਹੀ ਬਾਜੀ ਤੋਂ ਹਾਰ ਖਾ ਜਾਂਦੇ ਹਨ, ਜਿੱਤ ਕਰਕੇ ਨਹੀਂ ਜਾਂਦੇ। ਤਿੰਨਾਂ ਨੇ ਮਹਾਰਾਜ ਕਹਿੰਦੇ ਮਨੁੱਖਾਂ ਦੀ ਹੀ ਬਾਜੀ ਜਿੱਤੀ ਹੈ ਜਿਨ੍ਹਾਂ ਨੇ ਨਾਮ ਦਾ ਆਸਰਾ ਲਿਆ ਹੈ।
ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈ ਹੈ, ਯਈਆ ਜਨਮ ਨਾ ਹਾਰੀ ਹੈ। ਕਿੰਨਾਂ ਨੇ ਮਹਾਰਾਜ ਕਹਿੰਦੇ ਸੰਸਾਰ ਦੇ ਮਨੁੱਖਾਂ ਦੇ ਹੀ ਬਾਜੀ ਤੋਂ ਹਾਰ ਨਹੀਂ ਖਾਣਾ ਕੀਤੀ, ਕਿੰਨਾਂ ਨੇ ਇਹਦੇ ਤੋਂ ਜਿੱਤ ਪ੍ਰਾਪਤ ਕੀਤੀ ਹੈ। ਗੁਰਪੂਰੇ ਕੀ ਟੇਕ, ਜਿਨ੍ਹਾਂ ਨੇ ਜੀਵਨ ਦੇ ਵਿੱਚ ਪੂਰੇ ਸਤਿਗੁਰੂ ਜੀ ਦੀ ਟੇਕ ਲਈ ਹੈ, ਮਹਾਰਾਜ ਸਾਹਿਬ ਜੀ ਦਾ ਆਸਰਾ ਜਿਨ੍ਹਾਂ ਨੇ ਜੀਵਨ ਵਿੱਚ ਧਾਰਨ ਕੀਤਾ ਹੈ। ਹੇ ਸਤਿਗੁਰੂ ਜੀ, ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਚਰਨਾਂ ਦਾ ਹੀ ਮਹਾਰਾਜ ਸਾਨੂੰ ਆਸਰਾ ਹੈ। ਤਨ ਮਨ ਧਨ ਕਰਕੇ ਮਹਾਰਾਜ ਆਪ ਜੀ ਦਾ ਹੀ ਆਸਰਾ ਹੈ। ਤਨ ਕਰਕੇ ਵੀ ਆਪ ਜੀ ਨੇ ਆਸਰਾ ਬਖਸ਼ਿਆ, ਮਨ ਕਰਕੇ ਵੀ ਮਹਾਰਾਜ ਇਕਾਗਰਤਾ ਦਾ ਆਪ ਜੀ ਦਾ ਹੀ ਆਸਰਾ ਹੈ। ਧਨ ਜੋ ਪਦਾਰਥ ਦੁਨੀਆ ਦੀ ਸੁੱਖ ਹਨ, ਇਹ ਵੀ ਮਹਾਰਾਜ ਆਪ ਜੀ ਦੇ ਆਸਰੇ ਕਰਕੇ ਹਨ। ਸਾਡਾ ਕੋਈ ਆਪਣਾ ਬਲ ਨਹੀਂ ਹੈ। ਇਹ ਮਹਾਰਾਜ ਕਹਿੰਦੇ ਹਨ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦਾ ਆਸਰਾ ਧਾਰਨ ਕੀਤਾ ਹੈ, ਉਹਨਾਂ ਨੇ ਮਨੁੱਖਾ ਦੇਹੀ ਦੀ ਬਾਜੀ ਨੂੰ ਜਿੱਤ ਲਿਆ ਹੈ। ਨਾਨਕ ਤਿਹ ਸੁਖ ਪਾਇਆ, ਹਜੂਰ ਕਹਿੰਦੇ ਤਿੰਨਾਂ ਨੇ ਆਤਮਿਕ ਸੁਖ ਪ੍ਰਾਪਤ ਕਰ ਲਿਆ ਹੈ। ਜੀਵਨ ਦੇ ਵਿੱਚ ਤਿੰਨਾਂ ਨੇ ਵਾਹਿਗੁਰੂ ਦੇ ਪਰਮ ਸੁਖ ਨੂੰ ਪਾਇਆ ਹੈ। ਜਾ ਕੈ ਹੀਰਾ ਏਕ, ਜਿਨ੍ਹਾਂ ਦੇ ਹਿਰਦੇ ਅੰਦਰ ਕੇਵਲ ਇੱਕ ਪਰਮਾਤਮਾ ਹੈ, ਕੇਵਲ ਵਾਹਿਗੁਰੂ ਦੀ ਯਾਦ ਹੈ। ਜਿਨ੍ਹਾਂ ਨੇ ਹਿਰਦੇ ਰੂਪ ਘਰ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜੋ ਧਾਰਨ ਕਰਕੇ ਰੱਖਿਆ, ਸਾਂਭ ਕੇ ਰੱਖਿਆ, ਕਦੇ ਵੀ ਪਰਮੇਸ਼ਰ ਨੂੰ ਵਿਸਾਰਦੇ ਨਹੀਂ ਹਨ। ਸਲੋਕ ਅੰਤਰ ਮਨ ਤਨ ਬਸ ਰਹੇ, ਜਿਹੜੇ ਸੰਸਾਰ ਦੇ ਜੀਵ ਹਨ, ਤਮਾਮ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਪਰ ਹਰ ਇੱਕ ਪ੍ਰਮਾਤਮਾ ਦੇ ਸਰੂਪ ਨੂੰ, ਵਾਹਿਗੁਰੂ ਦੀ ਯਾਦ ਨੂੰ ਹਿਰਦੇ ਅੰਦਰ ਨਹੀਂ ਵਸਾ ਕੇ ਰੱਖਦਾ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੈ। ਮਹਾਰਾਜ ਜੀ ਦਾ ਬਚਨ ਆਉਂਦਾ ਹੈ ਕਿ ਰਾਮ ਰਾਮ ਸਭ ਕੋ ਕਹੈ, ਕਹੇ ਆਰਾਮ ਨਾ ਹੋਏ। ਹਰ ਕੋਈ ਭਾਵੇਂ ਰਾਮ ਰਾਮ ਮੁਖ ਤੋਂ ਸ਼ਬਦ ਉਚਾਰਨ ਕਰਦਾ, ਨਾਮ ਜਪਦਾ, ਪਰ ਇਕੱਲਾ ਕਹਿਣੇ ਮਾਤਰ ਥੋੜਾ ਪਰਮੇਸ਼ਰ ਦਾ ਰੂਪ ਹੋ ਸਕਦਾ ਹੈ। ਕੋਈ ਵਿਰਲੇ ਹਨ, ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਹਿਰਦੇ ਅੰਦਰ ਵਸਾ ਲਿਆ ਨਾ ਪਰਮੇਸ਼ਰ ਦੇ ਨਾਮ ਨੂੰ, ਉਹ ਫਿਰ ਪਰਮਾਤਮਾ ਦਾ ਰੂਪ ਹੋ ਗਏ ਹੈ। ਪਰ ਹੈ ਉਹ ਵਿਰਲੇ ਹਨ, ਬਹੁਤੀ ਨਹੀਂ ਉਹਨਾਂ ਗੁਰਮੁਖਾਂ ਦੀ ਬੰਦਗੀ ਕਰਨ ਵਾਲਿਆਂ ਦੀ ਗਿਣਤੀ। ਇਸ ਪ੍ਰਕਾਰ ਹਜੂਰ ਕਹਿੰਦੇ ਅੰਤਰ ਮਨ ਤਨ ਬਸ ਰਹੇ, ਜਿਨ੍ਹਾਂ ਦੇ ਮਨ ਔਰ ਤਨ ਦੇ ਅੰਦਰ ਪ੍ਰਮਾਤਮਾ ਵਸ ਗਿਆ ਹੈ। ਈਤ ਊਤ ਕੇ ਮੀਤ, ਜੋ ਪ੍ਰਮਾਤਮਾ ਈਤ ਐਸ ਲੋਕ ਦਾ ਤੇ ਊਤ ਪਰਲੋਕ ਦਾ ਮਿੱਤਰ ਹੈ। ਈਤ ਊਤ ਕੇ ਮੀਤ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣਾ ਸੱਚਾ ਮਿੱਤਰ ਜਾਣ ਕਰਕੇ ਕਿ ਲੋਕ ਪਰਲੋਕ ਦੇ ਵਿੱਚ ਮੇਰੇ ਨਾਲ ਨਿਭਣ ਵਾਲਾ, ਮਿੱਤਰਤਾ ਨਿਭਾਉਣ ਵਾਲਾ ਕੇਵਲ ਪਰਮੇਸ਼ਰ ਦਾ ਨਾਮ ਹੈ। ਜਿਨ੍ਹਾਂ ਨੇ ਨਿਸ਼ਚੈ ਕਰਕੇ ਮਹਾਰਾਜ ਸਾਹਿਬ ਜੀ ਦੇ ਨਾਮ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ, ਮਨ ਵਿੱਚ ਵੀ ਤਨ ਵਿੱਚ ਵੀ ਪਰਮੇਸ਼ਰ ਦਾ ਨਾਮ ਵਸ ਰਿਹਾ ਹੈ। ਹਜੂਰ ਕਹਿੰਦੇ ਉਹ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕਦੇ ਵਿਸਾਰਦੇ ਨਹੀਂ ਹੈ। ਈਤ ਊਤ ਕੇ ਮੀਤ, ਕਿ ਮਹਾਰਾਜ ਆਪ ਜੀ ਦਾ ਇੱਕ ਨਾਮ ਹੀ ਹੈ ਨਾ, ਜੋ ਸਾਡਾ ਸੰਗੀ ਸਾਥੀ ਹੈ, ਮਿੱਤਰ ਹੈ, ਸਾਡੇ ਨਾਲ ਨਿਭਣ ਵਾਲਾ ਹੈ। ਬਾਕੀ ਹੋਰ ਜੋ ਕੁਝ ਵੀ ਦੁਨੀਆ ਦੇ ਪਦਾਰਥ ਹਨ, ਸੁੱਖ ਸਹੂਲਤਾਂ ਹਨ, ਉਹ ਤਾਂ ਵਿਛੜ ਜਾਣ ਵਾਲੇ ਹੈ, ਉਹ ਤਾਂ ਨਾਲ ਕੋਈ ਵੀ ਜਾਣ ਵਾਲਾ ਨਹੀਂ ਹੈ। ਕੇਵਲ ਮਹਾਰਾਜ ਆਪ ਜੀ ਦਾ ਪਰਮ ਨਾਮ ਸ਼੍ਰੋਮਣੀ ਨਾਮ ਦੀ ਦਾਤ ਹੈ, ਜੋ ਲੋਕ ਪਰਲੋਕ ਦੇ ਵਿੱਚ ਸਾਡਾ ਸਹਾਇਕ ਬਣਨ ਵਾਲਾ, ਸਾਡੇ ਨਾਲ ਮਿੱਤਰਤਾ ਰੂਪ ਹੋ ਕਰਕੇ ਮਿੱਤਰਤਾ ਨਿਭਾਉਣ ਵਾਲਾ ਹੈ। ਗੁਰਪੂਰੈ ਉਪਦੇਸਿਆ, ਹਜੂਰ ਕਹਿੰਦੇ ਹਨ ਪੂਰੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਜਿਨ੍ਹਾਂ ਤੋਂ ਮਹਾਰਾਜ ਸਾਹਿਬ ਜੀ ਨੇ ਸੱਚਾ ਔਰ ਪਰਮ ਉਪਦੇਸ਼ ਧਾਰਨ ਕਰ ਲਿਆ ਹੈ। ਨਾਨਕ ਜਪਿਐ ਨੀਤ, ਉਹ ਵਾਹਿਗੁਰੂ ਦੇ ਨਾਮ ਨੂੰ ਨਿਤਾ ਪ੍ਰਤੀ ਜਪਦੇ ਹਨ, ਕਦੇ ਵੀ ਨਹੀਂ ਵਿਸਾਰਦੇ। ਇਹ ਨਹੀਂ ਕਿ ਔਕੜ ਦੇ ਵੇਲੇ ਰੱਬ ਨੂੰ ਯਾਦ ਕਰ ਲਿਆ ਤੇ ਫਿਰ ਪਰਮਾਤਮਾ ਨੂੰ ਕਦੇ ਵੀ ਯਾਦ ਨਾ ਕਰਨਾ। ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ, ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰਹੁ ਨਿਤ, ਅਮਰਾਪੁਰ ਬਾਸਾ ਕਰਹੁ, ਹਰ ਗਿਆ ਬਹੋਰੈ ਬਿਤ। ਅਮਰਪੁਰੀ ਵਿੱਚ ਨਿਵਾਸ ਹੋ ਜਾਵੇਗਾ ਜੇ ਹਰ ਸਮੇਂ ਪਿਆਰ ਦੇ ਨਾਲ, ਨੇਮ ਦੇ ਨਾਲ ਰੱਬ ਨੂੰ ਯਾਦ ਕਰੇ। ਔਕੜ ਦੇ ਸਮੇਂ, ਦੁੱਖ ਵੇਲੇ ਤਾਂ ਹਰ ਕੋਈ ਰੱਬ ਨੂੰ ਚੇਤੇ ਕਰਦਾ ਹੈ, ਪਰ ਸੁਖ ਵੇਲੇ ਕੋਈ ਵਿਰਲਾ ਹੀ ਹੁੰਦਾ ਜੋ ਰੱਬ ਨੂੰ ਕਦੇ ਵਿਸਾਰਦਾ ਨਹੀਂ ਹੈ। ਦੁੱਖਾਂ ਵੇਲੇ ਸੁੱਖਾਂ ਵੇਲੇ ਸਮਾਨ ਬਿਰਤੀ ਰੱਖ ਕੇ ਰੱਬ ਨੂੰ ਯਾਦ ਕਰਦਾ ਹੈ।
ਔਕੜ ਦੇ ਵੇਲੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤੇ ਸੁੱਖਾਂ ਦੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ। ਮਹਾਰਾਜ ਹਜੂਰ ਕਹਿੰਦੇ ਇਉਂ ਐ ਜੀਵਨ ਦੇ ਅੰਦਰ ਪ੍ਰਮਾਤਮਾ ਨੂੰ ਕਦੇ ਵੀ ਵਿਸਾਰਨਾ ਨਾ ਕਰ। ਗੁਰਪੂਰੈ ਉਪਦੇਸਿਆ ਨਾਨਕ ਜਪੀਐ ਨੀਰ ਤੋਂ ਭਾਵ ਨਿਤਾ ਪ੍ਰਤੀ ਨੇਮ ਦੇ ਨਾਲ ਜੀਵਨ ਪਰਯੰਤ ਜਿੰਨਾ ਵੀ ਸਮਾਂ ਤੇਰੇ ਸਰੀਰ ਦੇ ਅੰਦਰ ਸਵਾਸ ਚੱਲਦੇ ਹੈ, ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਦਾ ਨੇਮ ਅਤੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਜਾਪ ਕਰਿਆ ਕਰ। ਪੌੜੀ ਆਨ ਦਿਨ ਸਿਮਰਹੁ ਤਾਸ ਕਉ। ਇਹ ਪ੍ਰਾਣ ਧਾਰੀ ਜੀਵ ਉਸ ਪ੍ਰਮਾਤਮਾ ਨੂੰ ਰਾਤ ਵੀ ਦਿਨੇ ਵੀ ਸਿਮਰਿਆ ਕਰ, ਪਰਮੇਸ਼ਰ ਨੂੰ ਯਾਦ ਕਰਿਆ ਕਰ। ਜੋ ਅੰਤ ਸਹਾਈ ਹੋਏ। ਜਿਸ ਪ੍ਰਮਾਤਮਾ ਨੇ ਅੰਤ ਸਮੇਂ ਤੇਰੇ ਸਹਾਇਕ ਹੋਣਾ ਹੈ। ਪਰਮੇਸ਼ਰ ਤੋਂ ਬਿਨਾਂ ਕੌਣ ਹੈ ਜੋ ਨਾਲ ਨਿਭਣ ਵਾਲਾ ਹੈ? ਕੋਈ ਵੀ ਨਹੀਂ ਹੈ। ਮਹਾਰਾਜ ਜੀ ਦਾ ਬਚਨ ਆਉਂਦਾ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। हे ਮਹਾਰਾਜ, ਕੋਈ ਵੀ ਸਾਡੇ ਨਾਲ ਨਹੀਂ ਨਿਭਣ ਵਾਲਾ, ਸਾਰੇ ਸਾਥ ਛੱਡ ਗਏ ਹੈ। ਕੇਵਲ ਆਪ ਜੀ ਦੀ ਮਹਾਰਾਜ ਅਸੀਂ ਟੇਕ ਧਾਰਨ ਕੀਤੀ ਹੈ, ਆਪ ਜੀ ਦੇ ਚਰਨਾਂ ਦਾ ਆਸਰਾ ਲਿਆ ਹੈ। ਆਪ ਤੋਂ ਬਿਨਾਂ ਕੌਣ ਹੈ ਮਹਾਰਾਜ ਜੋ ਸਾਡੇ ਨਾਲ ਨਿਭਣ ਵਾਲਾ ਹੈ? ਜਮਾਂ ਦੀ ਫਾਹੀ ਵਿੱਚ ਪੈਣੇ ਤੋਂ ਬਚਾਉਣ ਵਾਲਾ ਹੈ, ਜਮਾਂ ਦੀ ਮਾਰ ਤੋਂ ਬਚਾਉਣ ਵਾਲਾ ਕੋਈ ਵੀ ਨਹੀਂ ਹੈ। ਕੇਵਲ ਮਹਾਰਾਜ ਆਪ ਜੀ ਦਾ ਹੀ ਪਿਆਰਾ ਸਵਰੂਪ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਫਰਮਾਨ ਕਰ ਰਹੇ ਹੈ, ਉਸ ਵਾਹਿਗੁਰੂ ਤੋਂ ਬਿਨਾਂ ਜੀਵ ਕੌਣ ਹੈ ਜੋ ਤੇਰੇ ਨਾਲ ਨਿਭਣ ਵਾਲਾ ਹੈ? ਕਿਉਂਕਿ ਸੰਸਾਰੀ ਜੀਵਾਂ ਦਾ ਬਲ ਕੇਵਲ ਸੰਸਾਰ ਤੱਕ ਸੀਮਿਤ ਹੈ। ਜਿੱਥੇ ਦੁਨੀਆ ਦਾ ਬਲ ਅਸਮਰੱਥ ਹੋ ਜਾਂਦਾ, ਉੱਥੇ ਵਾਹਿਗੁਰੂ ਦੇ ਬਲ ਦੀ ਸਮਰੱਥਾ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਮਾਤਾ ਦੇ ਗਰਭ ਦੇ ਵਿੱਚ ਵੀ ਤਾਂ ਪਰਮਾਤਮਾ ਹੀ ਤੇਰਾ ਸਹਾਇਕ ਸੀ ਨਾ, ਫਿਰ ਪਰਲੋਕ ਦੇ ਵਿੱਚ ਵੀ ਪਰਮੇਸ਼ਰ ਨੇ ਤੇਰੇ ਸਹਾਇਕ ਬਣਨਾ ਹੈ, ਨਾ ਕਿ ਸੰਸਾਰ ਦੇ ਜੀਵਾਂ ਨੇ ਮਿੱਤਰਾਂ ਨੇ। ਇਸ ਲਈ ਉਸ ਵਾਹਿਗੁਰੂ ਨੂੰ ਯਾਦ ਕਰਿਆ ਕਰ ਜੋ ਅੰਤ ਸਮੇਂ ਤੇਰਾ ਸਹਾਇਕ ਬਣਨ ਵਾਲਾ ਹੈ। ਇਹ ਵਿਖਿਆ ਦਿਨ 4-6। ਕਿਉਂਕਿ ਵੇਖ ਜ਼ਹਿਰ ਦੀ ਤਰ੍ਹਾਂ ਜਿਹੜੇ ਸੰਸਾਰ ਦੇ ਮਾਇਆ ਦੇ ਸੁੱਖ ਹੈ ਨਾ, 4 ਤੇ 6 ਕੇਵਲ 10 ਕੁ ਦਿਨਾਂ ਦੀ ਗੱਲ ਹੈ। ਜਾਂ ਫਿਰ ਮਹਾਰਾਜ ਕਹਿੰਦੇ ਹਨ ਇਹਨਾਂ ਦੇ ਵਿੱਚੋਂ ਜਿਹੜੇ 6 ਹਫ਼ਤੇ ਦੇ ਦਿਨ ਮੰਨੇ ਗਏ ਨਾ, 7 ਇਹਨਾਂ ਦੇ ਵਿੱਚੋਂ 4 ਕੁ ਦਿਨ ਹੀ ਸਮਝ ਲੈਣਾ ਕਰ, ਬਾਕੀ ਸਭ ਨਾਸ਼ ਹੋ ਜਾਣ ਵਾਲੇ ਹੈ। ਇੱਕ ਜੰਮਣ ਦਾ ਮੰਨ ਲੈ, ਇੱਕ ਮਰਨ ਦਾ ਦਿਨ ਮੰਨ ਲੈ, ਤੇ ਇੱਕ ਅੱਜ ਦਾ ਦਿਨ ਬਤੀਤ ਹੋ ਗਿਆ, ਤੇ ਬਾਕੀ 4 ਹੀ ਬਚ ਗਏ। ਇਹ 4 ਕੁ ਦਿਨਾਂ ਦਾ ਮੇਲਾ ਸੰਸਾਰ ਦਾ, ਕੇਵਲ 4 ਕੁ ਦਿਨਾਂ ਦੀ ਖੇਡ ਹੈ, ਜਿਸ ਵਿੱਚ ਮਨ ਪਰਚਾ ਕੇ ਸਮਝੇ ਬੈਠਾ ਕਿ ਸ਼ਾਇਦ ਸਦੀਵੀ ਕਾਲ ਵਾਸਤੇ ਸਦਾ ਲਈ ਸੰਸਾਰ ਦੇ ਅੰਦਰ ਰਹਿਣਾ ਨਹੀਂ। ਸਰੀਰ ਕਰਕੇ ਕਿਸੇ ਵੀ ਜੀਵ ਦਾ ਰਹਿਣਾ ਨਹੀਂ ਬਣਦਾ। ਇਹ ਵਿਖਿਆ ਦਿਨ 4-6 ਇਹ ਸਭ ਕੁਝ ਛੈ ਹੋ ਜਾਣ ਵਾਲੇ ਹੈ, ਨਾਸ਼ਵਾਨ ਹੈ। ਸੰਸਾਰ ਦੀ ਸਾਰੀ ਜਿਤਨੀ ਵੀ ਪ੍ਰਕਿਰਤੀ ਨਜ਼ਰ ਆ ਰਹੀ ਹੈ, ਜਿੰਨੀ ਵੀ ਖੇਡ ਅੱਖਾਂ ਦੇ ਸਾਹਮਣੇ ਦਿਸ ਰਹੀ ਹੈ ਨਾ, ਜਿੰਨੀ ਵੀ ਪਰਮਾਤਮਾ ਦੀ ਰਚੀ ਹੋਈ ਰਚਨਾ ਹੈ, ਇਹ ਸਦੀਵੀ ਕਾਸ ਵਾਸਤੇ ਰਹਿਣ ਵਾਲੀ ਨਹੀਂ ਹੈ। ਛਾੜ ਚੱਲਿਓ ਸਭ ਕੋਏ। ਇਹ ਪ੍ਰਾਣਾ ਧਾਰੇ ਜੀਵ ਸਭ ਕੁਝ ਛੱਡ ਕੇ ਚਲਾ ਜਾਵੇਗਾ, ਜਾਂ ਤੈਨੂੰ ਸਭ ਨੇ ਛੱਡ ਕੇ ਚਲੇ ਜਾਣਾ ਹੈ। ਕਿਸੇ ਨੇ ਵੀ ਤੇਰੇ ਕੋਲ ਰਹਿਣਾ ਨਹੀਂ ਹੈ। ਸੁਖ ਵੇਲੇ ਤਾਂ ਹਰ ਕੋਈ ਨੇੜੇ ਆ ਕੇ ਬੈਠ ਜਾਂਦਾ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਿਤ, ਕੋ ਨਾ ਆਵਤ ਨੇਰੈ। ਜਦੋਂ ਬਿਪਤਾ ਬਣਦੀ ਫਿਰ ਨਹੀਂ ਕੋਈ ਵੀ ਨੇੜੇ ਆ ਕਰਕੇ ਟੁਕਦਾ। ਔਕੜ ਦੇ ਵੇਲੇ ਕੋਈ ਵੀ ਸਾਥ ਦੇਣ ਵਾਲਾ ਨਹੀਂ। ਸੁਖ ਵੇਲੇ ਤਾਂ ਹਰ ਕੋਈ ਨੇੜੇ ਆ ਕੇ ਬੈਠ ਜਾਂਦਾ ਹੈ। ਕਾਕੋ ਮਾਤ ਪਿਤਾ ਸੁਤ ਧੀਆ। ਜੇ ਪਰਿਵਾਰ ਦੇ ਮਾਤਾ ਪਿਤਾ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਬੱਝਾ ਹੋਇਆ ਰੱਬ ਨੂੰ ਯਾਦ ਨਹੀਂ ਕਰਦਾ, ਤੇ ਮਹਾਰਾਜ ਕਹਿੰਦੇ ਕਾਕੋ ਮਾਤ ਪਿਤਾ ਸੁਤ ਧੀਆ। ਦੱਸ ਖਾਂ ਕਿੱਥੋਂ ਦੇ ਤੇਰੇ ਮਾਤਾ ਪਿਤਾ ਹੈ, ਧੀਆਂ ਪੁੱਤਰ ਹਨ ਜਿਨ੍ਹਾਂ ਨੂੰ ਆਪਣੇ ਮੰਨੀ ਬੈਠਾ ਹੈ। ਇਹ ਤਾਂ ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਪੂਰਬਲੇ ਕਰਮਾਂ ਕਰਕੇ ਸੰਜੋਗਾਂ ਕਰਕੇ ਤੇਰੇ ਨਾਲ ਮੇਲ ਹੋਇਆ ਹੈ। ਕੋਈ ਮਾਤਾ, ਕੋਈ ਪਿਤਾ, ਕੋਈ ਭਰਾ, ਕੋਈ ਧੀਆਂ, ਕੋਈ ਪੁੱਤਰ ਬਣ ਗਏ। ਪਰ ਜੇ ਕਹੇ ਕਿ ਅੰਤ ਸਮੇਂ ਮੇਰਾ ਸਾਥ ਦੇਣਗੇ, ਨਹੀਂ। ਗੁਰੂ ਕੀ ਬਾਣੀ ਦਾ ਬਚਨ ਅੰਤਹਿ ਕੋ ਨਾ ਸਹਾਈ।
ਅੰਤ ਵੇੜੇ ਕਿਸੇ ਵੀ ਤੇਰੇ ਸਹਾਇਕ ਨਹੀਂ ਬਣਦਾ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ, ਪਰਮੇਸ਼ਰ ਦੀ ਕੀਤੀ ਹੋਈ ਬੰਦਗੀ ਨੇ ਤੇਰੇ ਸਹਾਇਕ ਬਣਨਾ ਹੈ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਕਾ ਕੋ ਮਾਤ ਪਿਤਾ ਸੁਤ ਧੀਆ। ਇਹ ਜੀਵ ਸੰਸਾਰ ਦੇ ਜਿਹੜੇ ਸੰਬੰਧੀ ਹਨ, ਪਰਿਵਾਰ ਦੇ ਜੀਵ ਹਨ, ਮਾਤਾ ਪਿਤਾ ਧੀਆਂ ਪੁੱਤਰ ਆਦਿਕ ਹਨ, ਇਹ ਕਿਸ ਦੇ ਕਿੰਨਾ ਕੁ ਸਮਾਂ ਰਹਿਣ ਵਾਲੇ ਆ। ਗ੍ਰਹਿ ਬਨਤਾ ਕਾਛ ਸੰਗ ਨਾਲੀਆ। ਗ੍ਰਹਿ ਘਰ ਹੈ, ਬਨਤਾ ਇਸਤਰੀ ਹੈ, ਤੇ ਮਹਾਰਾਜ ਕਹਿੰਦੇ ਗ੍ਰਹਿ ਬਨਤਾ ਕਾਛ ਸੰਗ ਨਾ ਲੀਆ। ਅੰਧ ਸਮੇਂ ਨਾਲ ਕੁਝ ਵੀ ਲੈ ਕਰਕੇ ਜੀਵ ਨਹੀਂ ਗਿਆ, ਨਾ ਹੀ ਕੋ ਲੈ ਕੇ ਗਿਆ ਸੀ, ਨਾ ਹੁਣ ਲੈ ਕੇ ਜਾ ਸਕਦਾ, ਆਉਣ ਵਾਲੇ ਸਮੇਂ ਵਿੱਚ ਕੋਈ ਲੈ ਕੇ ਨਹੀਂ ਜਾ ਸਕੇਗਾ। ਜੇ ਕਹੇ ਕਿ ਮੇਰਾ ਨਾਲ ਘਣਾ ਪਿਆਰ ਕਰਦੇ ਹਨ, ਮਹਾਰਾਜ ਕਹਿੰਦੇ ਇਸ ਸਮੇਂ ਕੋਈ ਵੀ ਕਿਸੇ ਨੇ ਤੇਰੇ ਨਾਲ ਨਿਭਣਾ ਨਹੀਂ ਹੈ। ਇਸ ਪ੍ਰਕਾਰ ਜੋ ਕੁਝ ਵੀ ਸੰਸਾਰ ਦੇ ਅੰਦਰ ਹੀ ਛੱਡ ਕੇ ਜਾਣ ਵਾਲਾ ਹੈ। ਜਬ ਤੇ ਹੋਈ ਲਾਮੀ ਧਾਈ ਚੱਲਹਿ ਨਾਹੀ ਇੱਕ ਪੈਰੇ। ਮਹਾਰਾਜ ਕਹਿੰਦੇ ਇੱਕ ਕਦਮ ਵੀ ਕੋਈ ਨਾਲ ਨਹੀਂ ਪੁੱਟਦਾ ਜਦੋਂ ਇਹ ਜੀਵ ਸਰੀਰ ਨੂੰ ਤਿਆਗ ਕੇ ਸੰਸਾਰ ਤੋਂ ਕੂਚ ਕਰਦਾ ਹੈ। ਐਸੀ ਸੰਚ ਜੋ ਬਿਨ ਸਤ ਨਾਹੀ। ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਸਾਨੂੰ ਕੀ ਕਰਨਾ ਚਾਹੀਦਾ ਜੀਵਨ ਦੀ ਸਫਲਤਾ ਦੇ ਲਈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਐਸੀ ਪੂੰਜੀ ਨੂੰ ਸੰਚਿਤ ਕਰ, ਇਕੱਤਰ ਕਰਿਆ ਕਰ ਜੋ ਕਦੇ ਵੀ ਨਾਸ਼ ਨਹੀਂ ਹੁੰਦੀ। ਉਹ ਪੂੰਜੀ ਕਿਹੜੀ ਹੈ, ਉਹ ਕਿਹੜਾ ਧਨ ਹੈ, ਕਿਹੜਾ ਖਜ਼ਾਨਾ ਹੈ। ਮਹਾਰਾਜ ਜੀ ਬਚਨ ਕਰਦੇ ਆ ਨਾ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਉਹ ਹੈ ਪਰਮੇਸ਼ਰ ਦੇ ਨਾਮ ਦੀ ਪੂੰਜੀ, ਉਹ ਹੈ ਵਾਹਿਗੁਰੂ ਜੀ ਦੇ ਨਾਮ ਦਾ ਸ਼੍ਰੋਮਣੀ ਧਨ, ਅਮੋਲਕ ਖਜ਼ਾਨਾ, ਜੋ ਕਦੇ ਵੀ ਮੁੱਕਦਾ ਨਹੀਂ, ਨਾ ਕਦੇ ਨਾਸ਼ ਹੁੰਦਾ ਹੈ। ਮਹਾਰਾਜ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹ ਜੀਵ ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਚੋਰ ਚੁਰਾ ਕੇ ਨਹੀਂ ਲੈ ਕੇ ਜਾ ਸਕਦਾ, ਉਹ ਨਾਮ ਰੂਪੀ ਖਜ਼ਾਨਾ ਇਕੱਤਰ ਕਰਿਆ ਕਰ, ਜਿਸ ਨੇ ਅੰਤ ਸਮੇਂ ਤੇਰਾ ਸਾਥ ਦੇਣਾ ਹੈ। ਪਤ ਸੇਤੀ ਆਪਣਾ ਘਰ ਜਾਹੀ। ਫਿਰ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਪਤ ਇਜਿਤ ਸਿੱਧ ਚਲਾ ਜਾਵੇਗਾ। ਸੰਸਾਰ ਦੇ ਅੰਦਰ ਬੇਦਾਗ ਸੰਸਾਰ ਤੋਂ ਜਾਵੇਗਾ, ਨਹੀਂ ਤੇ ਪਤਾ ਨਹੀਂ ਕਿੰਨੇ ਕਿੰਨੇ ਪਾਪ ਕਰਮਾਂ ਦੇ ਦਾਗ ਲੱਗ ਜਾਂਦੇ ਜ਼ਿੰਦਗੀ ਦੇ ਵਿੱਚ, ਕਿੰਨੇ ਕਿੰਨੇ ਭੈੜੇ ਕਲੰਕ ਲੱਗ ਜਾਂਦੇ ਹੈ। ਪਰ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦਾ ਨਾਮ ਜਪੇ, ਪਰਮਾਤਮਾ ਦੀ ਬੰਦਗੀ ਕਰੇ, ਪਰਮੇਸ਼ਰ ਦੇ ਨਾਮ ਰੂਪੀ ਪੂੰਜੀ ਨੂੰ ਜੀਵਨ ਵਿੱਚ ਧਾਰਨ ਕਰ ਲਵੇ, ਫਿਰ ਪਤ ਸੇਤੀ ਆਪਣੇ ਘਰ ਜਾਹੀ। ਪਤ ਇੱਜ਼ਤ ਸਹਿਤ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਚਲਾ ਜਾਵੇਗਾ। ਪਰਲੋਕ ਰੂਪੀ ਘਰ ਵਿੱਚ ਤੇਰੀ ਪ੍ਰਵਾਨਗੀ ਹੋ ਜਾਵੇਗੀ। ਸੰਸਾਰ ਤੇ ਤਾਂ ਪਰਾਇਆ ਘਰ ਹੈ, ਇਹ ਆਪਣਾ ਘਰ ਥੋੜ੍ਹਾ। ਤੇ ਜਿਹੜਾ ਬੰਦਾ ਆਪਣੇ ਘਰ ਨੂੰ ਹੀ ਭੁਲਾ ਦੇਵੇ, ਪਤਾ ਹੀ ਨਹੀਂ ਕਿ ਮੇਰਾ ਘਰ ਕਿਹੜਾ ਹੈ, ਉਹਦੇ ਪੱਲੇ ਕੇਵਲ ਫਿਰ ਸਾਧ ਸੰਗਤ ਜੀ ਭਟਕਣਾ ਹੀ ਪੈਂਦੀ ਹੈ। ਉਹ ਭਟਕਦਾ ਰਹਿੰਦਾ ਹੈ, ਬਾਰ-ਬਾਰ ਠੋਕਰਾਂ ਹੀ ਖਾਂਦਾ ਰਹਿੰਦਾ ਹੈ, ਦਰ-ਦਰ ਤੇ ਜਾ ਕੇ ਡਿੱਗਦਾ ਰਹਿੰਦਾ ਹੈ, ਠੋਕਰਾਂ ਖਾਂਦਾ, ਡਗਮਗਾਉਂਦਾ ਰਹਿੰਦਾ, ਕਿਉਂਕਿ ਉਹਨੂੰ ਆਪਣੇ ਘਰ ਦਾ ਹੀ ਪਤਾ ਨਹੀਂ। ਜਿਸ ਮਨੁੱਖ ਨੂੰ ਆਪਣੇ ਘਰ ਦੀ ਪਹਿਚਾਣ ਦੀ, ਉਹ ਭਟਕਦਾ ਰਹਿੰਦਾ ਹੈ। ਤੇ ਜਿਸ ਨੂੰ ਆਪਣੇ ਸਰੂਪ ਰੂਪੀ ਘਰ ਦੀ ਪਹਿਚਾਣ ਭੁੱਲ ਗਈ ਹੈ ਕਿ ਇਹ ਮਨਾ ਤੂੰ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਨੂੰ ਚੇਤੇ ਕਰਿਆ ਕਰ, ਪਰਮੇਸ਼ਰ ਦੀ ਅੰਸ਼ ਹੈ, ਕਰਮਾਂ ਕਰਕੇ ਵਾਹਿਗੁਰੂ ਤੋਂ ਵਿਛੋੜਾ ਹੋਇਆ, ਹੁਣ ਨਿਸ਼ਕਾਮ ਕਰਮ ਕਰ ਲੈ, ਪਰਮੇਸ਼ਰ ਦੀ ਅਭੇਰਤਾ ਮਿਲ ਜਾਵੇਗੀ, ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇਗਾ। ਪਰ ਹਜੂਰ ਕਹਿੰਦੇ ਅਗਿਆਤ ਹੋਣੇ ਕਰਕੇ ਜੀਵ ਨੂੰ ਸਮਝ ਨਹੀਂ ਪੈਂਦੀ। ਮਹਾਰਾਜ ਉਪਦੇਸ਼ ਦੇ ਰਹੇ ਹੈ, ਇਹ ਜੀਵ ਪਾਤੇਜਿਤ ਸਹਿਤ ਆਪਣੇ ਸਰੂਪ ਰੂਪੀ ਘਰ ਵਿੱਚ ਚਲਾ ਜਾਵੇਗਾ ਜੇ ਵਾਹਿਗੁਰੂ ਦੇ ਨਾਮ ਰੂਪੀ ਪੂੰਜੀ ਨੂੰ ਇਕੱਤਰ ਕਰ ਲਵੇ। ਸਾਧ ਸੰਗ ਕਲ ਕੀਰਤਨ ਗਾਇਆ। ਜਿਨ੍ਹਾਂ ਵਡਭਾਗੇ ਪੁਰਖਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਕਾਲ ਸੁੰਦਰ ਕੀਰਤਨ ਗਾਇਆ ਹੈ, ਸੁੰਦਰ ਜਸ ਗਾਇਆ ਹੈ। ਕਲਯੁਗ ਦੇ ਭਿਆਨਕ ਸਮੇਂ ਵਿੱਚ ਮਹਾਰਾਜ ਜੀ ਨੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਹੈ। ਹਜੂਰ ਦਾ ਬਚਨ ਪੜ੍ਹਦੇ ਹਾਂ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਤੇ ਜਿਹੜੇ ਗੁਰਮੁਖ ਪਿਆਰੇ ਧਿਆਨ ਦੇ ਨਾਲ ਸਤ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਕੀਰਤਨ ਕਰਦੇ ਹੈ, ਹਜੂਰ ਕਹਿੰਦੇ ਆਪ ਤਰਦੇ ਤੇ ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਹਨ। ਐਸੀ ਮਹਾਨ ਕਲਯੁਗ ਦੇ ਭਿਆਨਕ ਸਮੇਂ ਵਿੱਚ ਵਾਹਿਗੁਰੂ ਦੇ ਨਾਮ ਦੀ ਜਸ ਦੀ ਵਡਿਆਈ ਹੈ
ਕਿਉਂਕਿ ਸਤਿਗੁਰੂ ਜੀ ਦਾ ਬਚਨ ਆਉਂਦਾ ਨਾ ਕਿ ਪਹਿਲਾਂ ਸਤਿਯੁਗ ਦੇ ਵਿੱਚ ਸੱਚ ਬੋਲ ਕਰਕੇ ਸੰਸਾਰ ਦੇ ਜੀਵ ਸਫਲ ਹੋ ਜਾਂਦੇ ਸਨ। ਫਿਰ ਤ੍ਰੇਤੇ ਵਿੱਚ ਜਗ ਆਦਿ ਕਰਕੇ, ਦੁਆਪਰ ਦੇ ਵਿੱਚ ਜੋ ਤਪ ਸਾਧਨ ਆਦਿ ਕਰ ਕਰਕੇ ਇਸ ਪ੍ਰਕਾਰ ਜਿਹੜੇ ਸੰਸਾਰ ਦੇ ਜੀਵ ਸਫਲ ਹੁੰਦੇ ਸੀ। ਪਰ ਕਲਯੁਗ ਦੇ ਸਮੇਂ ਅੰਦਰ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ, ਨਾਮ ਦੀ ਰੁੱਤ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ, ਮਤ ਭਰਮ ਭੂਲਾ ਹੈ ਭੂਲਾ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਵੀ ਬਚਨ ਆਉਂਦਾ, ਸਤਿਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਬਾਲੀ ਕਾਲਾ। ਫਿਰ ਕਹਿੰਦੇ ਹਨ ਕਿ ਜਿਹੜਾ ਕਲਯੁਗ ਦਾ ਭਿਆਨਕ ਸਮਾਂ ਹੈ ਨਾ, ਕਲਯੁਗ ਗੁਰਮੁਖ ਨਾਮ ਲੈ, ਪਾਰ ਪਵੈ ਭਵਜਲ ਪਰ ਨਾਲਾ। ਉਹ ਭਵ ਸਾਗਰ ਤੋਂ ਤਰ ਜਾਂਦੇ ਜੋ ਨਾਮ ਜਪਦੇ ਹਨ। ਨਾਮ ਜਪਣ ਦੀ ਹੁਣ ਰੁੱਤ ਪਰਮਾਤਮਾ ਨੇ ਬਣਾਈ ਹੈ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਇਹ ਪ੍ਰਾਣ ਧਾਰੀ ਜੀਵ ਸਾਧ ਸੰਗ ਕਲ ਕੀਰਤਨ ਗਾਇਆ। ਜਿਨ੍ਹਾਂ ਨੇ ਮਹਾਰਾਜ ਦੀ ਪਿਆਰੀ ਸਤ ਸੰਗਤ ਵਿੱਚ ਮਿਲ ਕੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਵਾਹਿਗੁਰੂ ਦਾ ਕੀਰਤਨ ਗਾਇਆ, ਪਰਮੇਸ਼ਰ ਦੇ ਜਸ ਗਾਇਆ ਹੈ। ਨਾਨਕ ਤੇ ਬਾਹਰ ਨਾ ਆਇਆ। ਉਹ ਜੀਵ ਸੰਸਾਰ ਦੇ ਅੰਦਰ ਬਾਹਰੋਂ ਫੇਰ ਨਹੀਂ ਜਨਮ ਧਾਰਨ ਕਰਕੇ ਆਏ। ਜਿਨ੍ਹਾਂ ਨੇ ਪਿਆਰੀ ਸਤ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਕੀਰਤਨ ਕੀਤਾ, ਜਸ ਗਾਇਆ ਹੈ। ਜਿਉਂ ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਜੀ ਦਾ ਪਾਵਨ ਫਰਮਾਨ ਹੈ ਕਿ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਰਸ ਪ੍ਰਾਪਤ ਹੋ ਜਾਂਦਾ ਹੈ, ਉਹ ਫਿਰ ਸੰਸਾਰ ਦੇ ਅੰਦਰ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਆ। ਰਸਾਂ ਤੋਂ, ਦੁਨੀਆ ਦੇ ਰਸਾਂ ਕਸਾਂ ਤੋਂ ਉਪਰਾਮ ਹੋ ਕੇ ਰਸ ਰੂਪ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਹੈ। ਜਿਨ੍ਹਾਂ ਨੂੰ ਪਰਮੇਸ਼ਰ ਦਾ ਪਰਮ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਸਤ ਸੰਗਤ ਦੇ ਵਿੱਚ ਮਿਲ ਕੇ ਮਹਾਰਾਜ ਕਹਿੰਦੀ ਛੇਤੀ ਐਸੀ ਬਖਸ਼ਿਸ਼ ਨੂੰ ਪ੍ਰਾਪਤ ਹੋ ਜਾਈਦਾ। ਬੜੀ ਵੱਡੀ ਔਰ ਅਮੋਲਕ ਦਾਤ ਹੈ। ਜਿਵੇਂ ਇੱਕ ਮੱਖੀ ਸਾਧ ਸੰਗਤ ਜੀ ਸ਼ਹਿਦ ਨਹੀਂ ਪੈਦਾ ਕਰ ਸਕਦੀ, ਬਹੁਤ ਸਾਰਾ ਸ਼ਹਿਦ ਨਹੀਂ ਬਣਾ ਸਕਦੀ, ਤੇ ਜੇ ਬਹੁਤੀਆਂ ਸ਼ਹਿਦ ਦੀਆਂ ਮੱਖੀਆਂ ਮਿਲ ਜਾਣ ਕੇ ਜਦੋਂ ਮਿਹਨਤ ਕਰਦੀਆਂ ਨੇ, ਘਾਲਦੀਆਂ ਨੇ, ਸ਼ਹਿਦ ਥੋੜਾ ਥੋੜਾ ਰਸ ਇਕੱਠਾ ਕਰਕੇ ਲਿਆਉਂਦੀਆਂ ਤੇ ਫਿਰ ਉਹਦੇ ਤੋਂ ਸ਼ਹਿਦ ਪੈਦਾ ਹੁੰਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਮਿਲ ਕੇ ਜੇ ਪਰਮੇਸ਼ਰ ਦਾ ਜਸ ਕਰਦਾ ਹੈ, ਫਿਰ ਛੇਤੀ ਵਾਹਿਗੁਰੂ ਦੇ ਨਾਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪ੍ਰਕਾਰ ਜਿਨ੍ਹਾਂ ਨੇ ਗਾਇਆ ਤੇ ਹਜੂਰ ਕਹਿੰਦੇ ਹਨ, ਉਹ ਫਿਰ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹੈ। ਬਾਰ-ਬਾਰ ਉਹਨਾਂ ਨੂੰ ਸੰਸਾਰ ਦੇ ਵੀ ਜਨਮ ਨਹੀਂ ਧਾਰਨ ਕਰਨਾ ਪਿਆ। ਸਲੋਕ ਅਤਿ ਸੁੰਦਰ ਕੁਲੀਨ ਚਾਤੁਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਹਜੂਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਿੰਨਾ ਕੁ ਹੋਣਾ ਚਾਹੀਦਾ ਸਿੱਖ ਦਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਪਿਆਰ ਹੈ ਨਾ ਪਰਮਾਤਮਾ ਦੇ ਚਰਨਾਂ ਦੇ ਨਾਲ, ਉਹ ਗੁਰਮੁਖ ਪਿਆਰਿਆਂ ਦੇ ਕੀਤੇ ਹੋਏ ਕਰਮ ਧਰਮ ਸਫਲੇ ਹੋ ਜਾਂਦੇ ਹਨ। ਪਰ ਜਿਨ੍ਹਾਂ ਦੀ ਪ੍ਰੀਤ ਨਹੀਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਲੱਗੀ, ਪਰਮੇਸ਼ਰ ਦੇ ਨਾਮ ਦੇ ਨਾਲ ਜਿਨ੍ਹਾਂ ਦਾ ਪਿਆਰ ਨਹੀਂ ਜੀਵਨ ਦੇ ਵਿੱਚ ਬਣਿਆ, ਉਹ ਫਿਰ ਭਾਵੇਂ ਸੰਸਾਰ ਦੇ ਅੰਦਰ ਬਹੁਤੇ ਸੁਖੀ ਵੀ ਹੋਣ। ਮਹਾਰਾਜ ਇਸ ਸ਼ਲੋਕ ਦੇ ਅੰਦਰ ਦੱਸ ਰਹੇ ਹੈ ਕਿ ਕਿਹੜੇ ਕਿਹੜੇ ਸੁੱਖ ਉਹਨਾਂ ਦੇ ਕੋਲ ਆ, ਪਰ ਫਿਰ ਵੀ ਉਹ ਕਹਿੰਦੇ ਮੁਰਦਿਆਂ ਦੇ ਸਮਾਨ ਹਨ। ਮਹਾਰਾਜ ਫਰਮਾਉਂਦੇ ਹਨ, ਅਤਿ ਸੁੰਦਰ ਕੁਲੀਨ ਚਾਤੁਰ। ਜੀਵਨ ਦੇ ਅੰਦਰ ਮਨੁੱਖ ਦੇ ਸੁੰਦਰਤਾ ਪ੍ਰਾਪਤ ਹੋ ਜਾਣੀ, ਮੁਖ ਜਿਹੜਾ ਹੈ ਬਹੁਤ ਹੀ ਸੁੰਦਰ ਹੋਣਾ, ਇਹ ਵੀ ਸਾਧ ਸੰਗਤ ਜੀ ਐਵੇਂ ਨਹੀਂ ਕਿਤੇ ਪ੍ਰਾਪਤ ਹੋ ਜਾਂਦਾ। ਅਤਿ ਸੁੰਦਰ ਕੁਲੀਨ ਚਤੁਰ। ਤੇ ਜੇ ਸੁੰਦਰਤਾ ਹੋਵੇ ਤੇ ਕਈ ਵਾਰ ਚੰਗੀ ਕੁਲ ਨਹੀਂ ਪ੍ਰਾਪਤ ਹੁੰਦੀ। ਕਈ ਵਾਰ ਚੰਗੀ ਕੁਲ ਪ੍ਰਾਪਤ ਹੋ ਜਾਂਦੀ ਹੈ, ਚੰਗੀ ਕੁਲ ਦੇ ਵਿੱਚ ਮਨੁੱਖ ਦਾ ਜਨਮ ਹੋ ਜਾਂਦਾ ਹੈ, ਤੇ ਪਰ ਮੁਖ ਜਿਹੜਾ ਸਾਧ ਸੰਗਤ ਜੀ ਕਾਲੇ ਤਵੇ ਵਰਗਾ ਹੁੰਦਾ, ਇਦਾਂ ਦੀ ਹਾਲਤ ਹੁੰਦੀ ਹੈ। ਇਹ ਸਾਰੇ ਗੁਣ ਜਿਹੜੇ ਹੈ ਨਾ, ਇੱਕੋ ਮਨੁੱਖ ਨੂੰ ਪ੍ਰਾਪਤ ਹੋਣੇ, ਇਹ ਪੂਰਬਲੇ ਬਹੁਤ ਚੰਗੇ ਕਿਤੇ ਪੁੰਨ ਕੀਤੇ ਹੁਣ ਤਾਂ ਪ੍ਰਾਪਤ ਹੁੰਦੇ ਹਨ। ਇਸ ਲਈ ਪਾਤਸ਼ਾਹ ਕਹਿੰਦੇ ਅਤਿ ਸੁੰਦਰ ਕੁਲੀਨ ਚਤੁਰ। ਤੇ ਜਿਹੜਾ ਚੰਗੀ ਕੁਲ ਵਾਲਾ ਹੋਵੇ ਤੇ ਸਾਧ ਸੰਗਤ ਜੀ ਉਹਦੇ ਕੋਲ ਬਹੁਤੀ ਚਤੁਰਤਾ ਨਹੀਂ ਕਈ ਵਾਰ ਹੁੰਦੀ। ਮਨ ਕਰਕੇ, ਸੁਭਾਅ ਕਰਕੇ ਬੜਾ ਭੋਲਾ ਹੁੰਦਾ ਹੈ। ਵਿਵਹਾਰਕ ਕਾਰਜਾਂ ਵੱਲੋਂ ਉਹਨੂੰ ਕੋਈ ਗਿਆਤ ਹੀ ਨਹੀਂ ਹੁੰਦੀ, ਕੋਈ ਸਿਆਣਪ ਹੁੰਦੀ ਹੀ ਨਹੀਂ ਹੈ, ਬਹੁਤਾ ਚਤੁਰ ਚਲਾਕ ਹੁੰਦਾ ਹੀ ਨਹੀਂ ਹੈ। ਜੇ ਚੰਗੀ ਕੁਲ ਵੀ ਹੋ ਜਾਵੇ, ਸੁੰਦਰਤਾ ਵੀ ਮਿਲ ਜਾਵੇ, ਚੰਗੀ ਕੁਲ ਦੇ ਵਿੱਚ ਵੀ ਜਨਮੇ, ਤੇ ਫਿਰ ਸੁਭਾਅ ਕਰਕੇ ਭੋਲਾ ਹੁੰਦਾ ਹੈ।
ਪਰ ਹਜੂਰ ਕਹਿੰਦੇ ਜੇ ਕਿਤੇ ਚਤੁਰਤਾ ਵੀ ਪ੍ਰਾਪਤ ਹੋ ਜਾਣਾ ਕਰੇ। ਮੁਖ ਗਿਆਨੀ ਧਨਵੰਤ ਤੇ ਮੁਖ ਤੋਂ ਗਿਆਨ ਦੀਆਂ ਗੱਲਾਂ ਕਰਦਾ ਹੋਵੇ, ਫਿਰ ਕਹਿੰਦੇ ਹਨ ਕਿ ਇਹ ਵੀ ਕਿਹੜਾ ਜੀਵਨ ਦੇ ਵਿੱਚ ਨਹੀਂ ਪ੍ਰਾਪਤ ਹੁੰਦਾ, ਪਰ ਜੇ ਪ੍ਰਾਪਤ ਹੋ ਜਾਵੇ ਤੇ ਫਿਰ ਮੁਖ ਗਿਆਨੀ ਧਨਵੰਤ। ਪੰਜਵਾਂ ਗੁਣ ਕੀ ਹੈ? ਧਨਵਾਨ ਹੋਣਾ। ਬਹੁਤ ਸਾਰਾ ਦੁਨਿਆਵੀ ਧਨ ਪ੍ਰਾਪਤ ਹੋ ਜਾਣਾ, ਇਹ ਵੀ ਪੂਰਬਲੇ ਚੰਗੇ ਪੁੰਨਾਂ ਦੇ ਕਰਕੇ ਪ੍ਰਾਪਤ ਹੁੰਦਾ ਹੈ। ਜਿਸ ਨੇ ਬਹੁਤਾ ਪੁੰਨ ਦਾਨ ਕੀਤਾ ਹੋਵੇ ਉਹਨੂੰ ਸਾਧ ਸੰਗਤ ਜੀ ਬਹੁਤਾ ਧਨ ਇਹ ਜੀਵਨ ਦੇ ਵਿੱਚ ਅਗਲੇ ਜਨਮ ਦੇ ਵਿੱਚ ਪ੍ਰਾਪਤ ਹੁੰਦਾ ਹੈ। ਔਰ ਇਸ ਪ੍ਰਕਾਰ ਇਹਦੇ ਪਰਥਾਏ ਜੇਕਰ ਆਉਂਦਾ ਹੈ, ਜਿਸ ਮਨੁੱਖ ਨੇ ਜੋ ਚੰਗੇ ਗੁਣਾਂ ਦਾ ਦਾਨ ਕੀਤਾ ਹੋਵੇ ਨਾ, ਸੋਹਣੇ ਗੁਣ ਜਿਹਨੇ ਸੰਸਾਰ ਦੇ ਜੀਵਾਂ ਨੂੰ ਸਿਖਾਏ ਹੋਣ, ਉਹ ਸਾਧ ਸੰਗਤ ਜੀ ਉਹਨੂੰ ਸੁੰਦਰਤਾ ਪ੍ਰਾਪਤ ਹੁੰਦੀ ਹੈ। ਜਿਸ ਮਨੁੱਖ ਨੇ ਵਿਦਿਆ ਨੂੰ ਦਾਨ ਕੀਤਾ ਹੋਵੇ ਜਾਂ ਜਿਸ ਨੇ ਸੁੱਚੇ ਮੋਤੀਆਂ ਦਾ ਦਾਨ ਕੀਤਾ ਹੋਵੇ, ਉਹਨੂੰ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ। ਚੰਦਨ ਦੇ ਬਾਗਾਂ ਦਾ ਜਿਨ੍ਹਾਂ ਨੇ ਲੱਕੜਾਂ ਦਾ ਦਾਨ ਕੀਤਾ ਹੋਵੇ, ਉਹਨੂੰ ਸਾਧ ਸੰਗਤ ਜੀ ਚੰਗੀ ਕੁਲ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਜਿਹਨੇ ਵਿਦਿਆਲੇ ਖੋਲ ਕਰਕੇ ਵਿਦਿਆ ਦਾ ਦਾਨ ਕੀਤਾ ਹੋਵੇ ਤੇ ਉਹਨੂੰ ਚੰਗਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਜਿਹੜੇ ਪੰਜ ਗੁਣ ਆ ਨਾ, ਮਹਾਰਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਬਹੁਤੀ ਤਨ ਦੀ ਜਿਹੜੀ ਸੁੰਦਰਤਾ ਹੋਣੀ, ਫਿਰ ਚੰਗੀ ਕੁਲ ਦੇ ਵੀ ਜਨਮ ਹੋਣਾ, ਫਿਰ ਤੀਜਾ ਸਾਧ ਸੰਗਤ ਜੀ ਚਤੁਰਤਾ ਪ੍ਰਾਪਤ ਹੋਣੀ, ਸਿਆਣਪ ਵਾਲੇ ਹੋਣਾ, ਫਿਰ ਚੌਥਾ ਹੈ ਮੁਖ ਤੋਂ ਗਿਆਨੀ ਹੋਣਾ, ਗਿਆਨਵਾਨ ਹੋ ਜਾਣਾ, ਗਿਆਨ ਦੀਆਂ ਗੱਲਾਂ ਕਰਨੀਆਂ, ਗਿਆਨ ਦੀ ਪ੍ਰਾਪਤੀ ਹੋ ਜਾਣੀ, ਫਿਰ ਪੰਜਵਾਂ ਹੈ ਧਨਵਾਨ ਹੋ ਜਾਣਾ। ਇਹ ਜਿਹੜੇ ਮਹਾਰਾਜ ਕਹਿੰਦੇ ਪੰਜੇ ਹੀ ਗੁਣ ਹਨ। ਇਸ ਪ੍ਰਕਾਰ ਜੀਵਨ ਦੇ ਵਿੱਚ ਜੇਕਰ ਬਹੁਤਿਆਂ ਨੂੰ ਤਾਂ ਪ੍ਰਾਪਤ ਹੁੰਦੇ ਹੀ ਨਹੀਂ ਹਨ, ਜੇਕਰ ਇਹ ਜੀਵ ਤੈਨੂੰ ਸਾਰੇ ਇਹ ਪੰਜੇ ਦੇ ਪੰਜੇ ਗੁਣ ਹੀ ਜ਼ਿੰਦਗੀ ਵਿੱਚ ਪ੍ਰਾਪਤ ਹੋ ਜਾਣ। ਮਿਰਤਕ ਕਹੀਐ ਨਾਨਕਾ। ਪਰ ਮਹਾਰਾਜ ਕਹਿੰਦੇ ਉਹ ਮਨੁੱਖ ਨੂੰ ਇਹ ਭਾਵੇਂ ਪੰਜੇ ਗੁਣ ਹੀ ਪ੍ਰਾਪਤ ਹੋ ਗਏ ਹੈ, ਸੁੰਦਰਤਾ, ਚਤੁਰਤਾ, ਧਨ, ਗਿਆਨ, ਚੰਗੀ ਕੁਲ ਮਿਲ ਗਈ ਹੈ, ਪਰ ਹਜੂਰ ਕਹਿੰਦੇ ਉਹਨੂੰ ਮਰਿਆ ਹੋਇਆ ਹੀ ਆਖੀਦਾ ਹੈ। ਜਿਹ ਪ੍ਰੀਤ ਨਹੀਂ ਭਗਵੰਤ। ਜਿਸ ਜੀਵ ਦੀ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰੀਤ ਨਹੀਂ ਲੱਗੀ, ਜਾਣੋ ਕਿ ਭਾਵੇਂ ਉੱਚੀ ਕੁਲ ਦੇ ਵਿੱਚ ਵੀ ਜਨਮਿਆ, ਬੜਾ ਚਤੁਰ ਚਲਾਕ ਸੁੰਦਰ ਸਰੂਪ ਹੈ, ਬਹੁਤਾ ਗਿਆਨ ਦੀਆਂ ਗੱਲਾਂ ਵੀ ਕਰਦਾ ਹੈ, ਉੱਚੀ ਕੁਲ ਵਿੱਚ ਜਨਮਿਆ ਹੈ, ਪਰ ਜੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਨਹੀਂ ਲੱਗਾ ਤੇ ਜਾਣੋ ਕਿ ਫਿਰ ਮੁਰਦਿਆਂ ਦੇ ਸਮਾਨ ਹੀ ਹੈ, ਜਿਉਂਦਾ ਵੀ ਮੁਰਦਾ ਹੀ ਉਸ ਨੂੰ ਜਾਣਨਾ ਕਰ। ਸਾਧ ਸੰਗਤ ਜੀ, ਜਿਵੇਂ ਜਿਹੜੇ ਪੈਰਿਸ ਦੇ ਲੋਕ ਹਨ ਉਹ ਬੜੇ ਸੁੰਦਰਤਾ ਦਾ ਮਾਣ ਕਰਦੇ ਹਨ, ਤੇ ਜਿਹੜੇ ਜਾਪਾਨ ਵਾਲੇ ਉੱਚੀ ਕੁਲ ਦਾ ਬੜਾ ਮਾਣ ਕਰਦੇ ਹੈ, ਰੂਸ ਵਾਲੇ ਬੜਾ ਗਿਆਨ ਦਾ ਮਾਣ ਕਰਦੇ ਹਨ, ਅਮਰੀਕਾ ਵਾਲੇ ਲੋਕ ਜਿਹੜੇ ਆ ਉਹ ਧਨੀ ਮੰਨੇ ਜਾਂਦੇ ਆ, ਬਹੁਤੇ ਧਨ ਦਾ ਮਾਣ ਕਰਦੇ ਹੈ। ਇਸ ਪ੍ਰਕਾਰ ਜਿਹੜੇ ਇੰਗਲੈਂਡ ਦੇ ਐਸੇ ਜਿਹੜੇ ਅੰਗਰੇਜ਼ ਹੈ ਉਹ ਆਪਣੇ ਆਪ ਨੂੰ ਬੜਾ ਚਤੁਰਵਾਨ ਵਿਦਿਆਵਾਨ ਸਮਝਦੇ ਹਨ। ਇਹ ਵਿਦੇਸ਼ਾਂ ਦੇ ਵਿੱਚ ਵੀ ਸਾਧ ਸੰਗਤ ਜੀ ਇਹ ਗੁਣ ਮੰਨੇ ਗਏ ਹੈ ਕਿ ਜਿਹੜੇ ਅਮਰੀਕਾ ਦੇ ਲੋਕ ਧਨੀ ਮੰਨੇ ਜਾਂਦੇ ਆ, ਪੈਰਿਸ ਦੇ ਸੋਹਣੇ ਸੁੰਦਰਤਾ ਵਾਲੇ ਮੰਨੇ ਜਾਂਦੇ ਆ, ਜਾਪਾਨ ਦੇ ਉੱਚੀ ਕੁਲ ਵਾਲੇ, ਰੂਸ ਦੇ ਬਹੁਤੇ ਚਤੁਰ ਦਿਮਾਗ ਵਾਲੇ ਮੰਨੇ ਜਾਂਦੇ ਆ। ਪਰ ਸਤਿਗੁਰੂ ਜੀ ਕਹਿੰਦੇ ਭਾਵੇਂ ਸਭ ਕੁਝ ਵੀ ਮਨੁੱਖ ਨੂੰ ਜ਼ਿੰਦਗੀ ਵਿੱਚ ਮਿਲ ਜਾਵੇ, ਜੇ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਨਾ ਜੀਵਨ ਦੇ ਵਿੱਚ ਮਿਲਿਆ, ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਨਹੀਂ ਲੱਗਾ, ਉਹ ਜਾਣੋ ਕਿ ਜਿਉਂਦਾ ਵੀ ਮੁਰਦਿਆਂ ਦੇ ਸਮਾਨ ਹੀ ਆ। ਪੌੜੀ ਗੰਗਾ ਖਟ ਸ਼ਾਸਤਰ ਹੋਈਆਂ ਤਾ। ਹੁਣ ਪੌੜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਲੋਕ ਜਿਹੜਾ ਮੂਲ ਰੂਪ ਵਿਚਾਰਨ ਕੀਤਾ ਉਹਨੂੰ ਫਿਰ ਖੋਲ ਕਰਕੇ ਵਿਸਤਾਰ ਦੇ ਨਾਲ ਕਥਨ ਕਰ ਰਹੇ ਹੈ। ਗੰਗਾ ਗਿਆਨ ਜਿਹੜਾ ਸੰਸਾਰ ਦੇ ਅੰਦਰ 6 ਸ਼ਾਸਤਰ ਆ ਨਾ, ਖਟ ਸ਼ਾਸਤਰ ਹੋਏ ਗਿਆਤਾ। ਕਹਿੰਦੇ ਕਿ ਕੋਈ ਜੀਵਨ ਦੇ ਵਿੱਚ 6 ਸ਼ਾਸਤਰਾਂ ਨੂੰ ਪੜ੍ਹ ਕੇ ਵਿਚਾਰ ਕੇ ਉਹਨਾਂ ਦਾ ਗਿਆਤਾ ਬਣ ਜਾਵੇ। ਪਤੰਜਲ, ਵੇਦਾਂਤ, ਮੀਮਾਂਸਾ, ਵਿਸ਼ਾਖਿਕ, ਇਸ ਪ੍ਰਕਾਰ ਸਾਖ, ਇਹ ਜਿਹੜੇ 6 ਸ਼ਾਸਤਰ ਆ ਨਾ, ਸਤਿਗੁਰੂ ਜੀ ਕਹਿੰਦੇ ਇਹਨਾਂ ਦਾ ਭਾਵੇਂ ਗਿਆਤਾ ਵੀ ਬਣ ਜਾਵੇ। ਪੂਰਕ ਕੁੰਭਕ ਰੇਚਕ ਕਰਮਾਤਾ। ਨੰਗੇ ਅੱਖਰ ਦੁਆਰਾ ਮਹਾਰਾਜ ਉਪਦੇਸ਼ ਦਿੰਦੇ ਹੋਏ ਕਹਿੰਦੇ 6 ਸ਼ਾਸਤਰਾਂ ਦਾ ਗਿਆਤਾ ਬਣ ਜਾਵੇ, ਫਿਰ ਜੋਗੀ ਵੀ ਭਾਵੇਂ ਬਣ ਜਾਵੇ, ਜੋਗ ਮਤ ਵੀ ਸਿੱਖ ਲਵੇ। ਜਿਹੜੇ ਜੋਗੀ ਹੈ ਨਾ, ਜਿਵੇਂ ਸਤ ਸੰਗਤ ਜੀ ਸਵਾਸਾਂ ਨੂੰ 10ਵੇਂ ਦਵਾਰ ਦੇ ਵਿੱਚ ਚੜਾਉਣਾ, ਫਿਰ ਤ੍ਰਿਕੁਟੀ ਦੇ ਵਿੱਚ ਟਿਕਾਉਣਾ, ਫਿਰ ਸਵਾਸਾਂ ਨੂੰ ਲਾਹ ਲੈਣਾ,
ਇਹ ਸਾਧ ਸੰਗਤ ਜੀ ਜੋਗੀ ਜਿਹੜਾ ਹੈ ਨਾ, ਇਹ ਸਾਧਨ ਨੂੰ ਸਾਰਦੇ ਹਨ। ਇਸ ਪ੍ਰਕਾਰ ਪੂਰਕ ਕਹਿੰਦੇ ਨੇ ਸਵਾਸਾਂ ਨੂੰ ਚੜਾਉਣੇ ਨੂੰ, ਤੇ ਕੁੰਭਕ ਕਹਿੰਦੇ ਨੇ ਤ੍ਰਿਕੁਟੀ ਦੇ ਵਿੱਚ ਸਵਾਸਾਂ ਨੂੰ ਟਿਕਾਉਣ ਨੂੰ, ਰੇਚਕ ਕਿਹਾ ਜਾਂਦਾ ਸਵਾਸਾਂ ਨੂੰ ਫਿਰ ਸਰੀਰ ਦੇ ਵਿੱਚ ਲਿਆਉਣ ਨੂੰ। ਇਉਂ ਪੂਰਕ ਕੁੰਭਕ, ਰੇਚਕ ਕਰਮਾਤਾ। ਤੇ ਕਰਮਾਤਾ ਕਹਿੰਦੇ ਨੇ ਸਾਧ ਸੰਗਤ ਜੀ ਜਿਹੜਾ ਚੰਗੇ ਕਰਮਾਂ ਨੂੰ ਕਰਨ ਵਾਲਾ ਹੋਵੇ, ਕਹੇ ਕਿ ਮੈਂ ਬੜੇ ਚੰਗੇ ਕਰਮ ਕਰਦਾ ਹਾਂ। ਕਰਮਾਤਾ ਇਹ ਹਰ ਸਮੇਂ ਆਪਣੇ ਹੱਥੀਂ ਕਰਮ ਕਰਨ ਦੇ ਵਿੱਚ ਮਸਤ ਰਹਿੰਦਾ ਹੋਵੇ। ਗਿਆਨ ਧਿਆਨ ਤੀਰਥ ਇਸਨਾਨੀ। ਫਿਰ ਇੱਥੇ ਹੀ ਬਸ ਨਹੀਂ, ਮਹਾਰਾਜ ਕਹਿੰਦੇ ਵੇਦਾਂਤੀਆਂ ਦੇ ਕੋਲ ਭਾਵੇਂ ਬਹੁਤ ਸਾਰਾ ਗਿਆਨ ਵੀ ਪ੍ਰਾਪਤ ਕਰਨ ਵਾਲਾ ਗਿਆਨੀ ਬਣ ਜਾਵੇ। ਗਿਆਨ ਧਿਆਨ ਤੇ ਪਤੰਜਲ ਦੁਆਰਾ ਕਹਿੰਦੇ ਪਤੰਜਲੀਆਂ ਦੀ ਸੰਗਤ ਕਰ ਕਰਕੇ ਧਿਆਨੀ ਵੀ ਕਿਉਂ ਨਾ ਬਣ ਜਾਣਾ ਕਰੇ। ਇਸ ਪ੍ਰਕਾਰ ਗਿਆਨ ਵੀ ਧਿਆਨ ਵੀ ਪ੍ਰਾਪਤ ਕਰ ਲੈਣਾ ਕਰੇ। ਫਿਰ 88 ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਤੀਰਥੀ ਇਸ਼ਨਾਨੀ ਵੀ ਬਣ ਜਾਵੇ। ਇਸ ਪ੍ਰਕਾਰ ਗਿਆਨ ਧਿਆਨ ਤੀਰਥ ਇਸਨਾਨੀ। ਇਹ ਮਹਾਰਾਜ ਕਹਿੰਦੇ ਹਨ ਕਿ 88 ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਤੀਰਥੀ ਇਸ਼ਨਾਨੀ ਵੀ ਬਣ ਜਾਵੇ, ਫਿਰ ਗਿਆਨ ਵੀ ਦੁਨੀਆ ਦਾ ਪ੍ਰਾਪਤ ਕਰ ਲਵੇ। ਇਸ ਪ੍ਰਕਾਰ ਪਤੰਜਲ ਆਦਿਕ ਦਾ ਧਿਆਨ ਵੀ ਸਿੱਖ ਲੈਣਾ ਕਰੇ। ਸੋਮ ਪਾਕ ਅਪਰਸ ਉਦਿਆਨੀ। ਇਹ ਸੋਮ ਕਹਿੰਦੇ ਨੇ ਚੰਦਰਮਾ ਨੂੰ, ਪਾਕ ਕਹਿੰਦੇ ਨੇ ਰਸੋਈ ਨੂੰ, ਪਾਕ ਪਵਿੱਤਰ ਨੂੰ ਵੀ ਕਿਹਾ ਜਾਂਦਾ ਹੈ। ਸੋਮ ਪਾਕ ਜਿਹੜਾ ਚੰਦਰਮਾ ਹੈ, ਤੇ ਪਾਕ ਫਲਾਂ ਨੂੰ ਵੀ ਕਿਹਾ ਜਾਂਦਾ ਹੈ। ਚੰਦਰਮਾ ਦੀਆਂ ਕਿਰਨਾਂ ਦੇ ਨਾਲ ਫਲਾਂ ਦੇ ਵਿੱਚ ਬਨਸਪਤ ਦੇ ਵਿੱਚ ਰਸ ਭਰਦਾ ਹੈ। ਇਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਫਲ ਖਾਣ ਵਾਲਾ ਫਲੀ ਵੀ ਭਾਵੇਂ ਬਣ ਜਾਵੇ, ਫਲ ਛਕਣ ਵਾਲਾ। ਇਉਂ ਸੋਮ ਪਾਕ ਅਪਰਸ ਉਦਿਆਨੀ, ਤੇ ਕਿਸੇ ਨਾਲ ਸਪਰਸ਼ ਵੀ ਨਾ ਕਰਨਾ ਕਰੇ। ਜੰਗਲਾਂ ਵਿੱਚ ਚਲਾ ਜਾਵੇ ਕਿ ਮੈਂ ਇਕਾਂਤ ਵਿੱਚ ਹੀ ਰਹਿਣਾ, ਕਿਸੇ ਨਾਲ ਹੱਥ ਵੀ ਜਿਹੜਾ ਉਹ ਛੋਹਣਾ ਨਹੀਂ ਚਾਹੀਦਾ। ਸਰੀਰ ਮੇਰਾ ਕਿਸੇ ਨਾਲ ਛੋਹਣਾ ਨਹੀਂ ਚਾਹੀਦਾ। ਉਦਿਆਨੀ ਬਨਵਾਸੀ ਬਣ ਜਾਣਾ ਕਰੇ। ਇਸ ਪ੍ਰਕਾਰ ਸੋਮ ਪਾਕ ਅਪਰਸ ਉਦਿਆਨੀ ਬੜੀ ਭਿਆਨਕ ਜੰਗਲ ਦੇ ਵਿੱਚ ਚਲਾ ਜਾਵੇ, ਉਜਾੜ ਦੇ ਵਿੱਚ ਜਾ ਕਰਕੇ ਬੈਠ ਜਾਵੇ ਕਿ ਮੈਂ ਕਿਸੇ ਦੇ ਮੱਥੇ ਤੱਕ ਵੀ ਨਹੀਂ ਲੱਗਣਾ। ਕਿਉਂਕਿ ਕਈ ਸਾਧ ਸੰਗਤ ਜੀ ਉਜਾੜਾਂ ਵਿੱਚ ਜਾ ਕਰਕੇ, ਭੂਮੀਆਂ ਮਸਾਣਾਂ ਵਿੱਚ ਜਾ ਕਰਕੇ ਬੈਠ ਜਾਂਦੇ ਹੈ। ਕਈ ਤਰ੍ਹਾਂ ਦੇ ਸਾਧਨ ਸਾਧਦੇ ਹਨ। ਰਾਮ ਨਾਮ ਸੰਗ ਮਨ ਨਹੀਂ ਹੇਤਾ। ਪਰ ਹਜੂਰ ਕਹਿੰਦੇ ਜੇਕਰ ਰਮੇ ਹੋਏ ਪਰਮੇਸ਼ਰ ਦੇ ਨਾਮ ਦੇ ਨਾਲ ਹੇਤਾ ਪ੍ਰੇਮ ਨਹੀਂ ਕਰਨਾ ਕੀਤਾ, ਜੋ ਕਛ ਕੀਨੋ ਸੋ ਅਨੇਤਾ। ਐ ਗੁਰਸਿੱਖੋ, ਜੋ ਕੁਝ ਵੀ ਮਨੁੱਖ ਨੇ ਜੀਵਨ ਦੇ ਵਿੱਚ ਕੀਤਾ ਹੈ ਨਾ, ਭਾਵੇਂ ਤੀਰਥਾਂ ਤੇ ਇਸ਼ਨਾਨ ਕੀਤਾ ਹੈ, ਭਾਵੇਂ ਉਦਿਆਨ ਜੰਗਲਾਂ ਵਿੱਚ ਜਾ ਕਰਕੇ ਨਿਵਾਸ ਕਰ ਲਿਆ, ਫਿਰ ਯੋਗ ਆਦਿਕ ਵੀ ਸਾਧ ਲੈਣਾ ਕੀਤੇ, ਪਤੰਜਲ ਦਾ ਧਿਆਨ ਵੀ ਪ੍ਰਾਪਤ ਕਰ ਲਿਆ, ਵੇਦਾਂਤੀਆਂ ਦਾ ਗਿਆਨ ਵੀ ਪ੍ਰਾਪਤ ਕਰ ਲਿਆ। ਇਸ ਪ੍ਰਕਾਰ ਜਿੰਨੇ ਵੀ ਕਰਮ ਹੈ ਨਾ, ਅਨੇਤਾ ਸਾਰੇ ਵਿਅਰਥ ਹਨ। ਅਨੇਤਾ ਕਿਸੇ ਵੀ ਲੇਖੇ ਵਿੱਚ ਨਹੀਂ, ਸਾਰੇ ਅਸਫਲ ਹਨ, ਕਿਸੇ ਲੇਖੇ ਵਿੱਚ ਪੈਣ ਵਾਲੇ ਨਹੀਂ ਹੈ। ਵਾ ਤੇ ਊਤਮ ਗਨਾਉ ਚੰਡਾਲਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਗੁਰਸਿੱਖੋ, ਇਸ ਸੰਸਾਰ ਦੇ ਕਰਮ ਕਾਂਡੀਆਂ ਨਾਲੋਂ ਤੇ ਚੰਡਾਲ ਮਨੁੱਖ ਵੀ ਚੰਗਾ ਹੈ। ਉਹ ਚੰਡਾਲ ਨੂੰ ਮਹਾਰਾਜ ਕਹਿੰਦੇ ਚੰਗਾ ਜਾਣ ਲੈਣਾ ਕਰੋ। ਨਾਨਕ ਜਿਹ ਮਨ ਬਸਹਿ ਗੋਪਾਲਾ। ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਸ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਜਿਸ ਹਿਰਦੇ ਅੰਦਰ ਪ੍ਰਿਥਵੀ ਪਾਲਕ ਪਰਮਾਤਮਾ ਨੇ ਨਿਵਾਸ ਕਰ ਲਿਆ, ਜਾਣੋ ਕਿ ਇਹਨਾਂ ਕਰਮ ਕਾਂਡੀਆਂ ਦੇ ਨਾਲੋਂ ਚੰਡਾਲ ਵੀ ਚੰਗਾ ਹੈ। ਨੀਵੀਂ ਜਾਤ ਵਾਲਾ ਸ਼ੂਦਰ ਜਿਹਨੂੰ ਕਹਿ ਕੇ ਦੁਰਕਾਰ ਦਿੱਤਾ ਜਾਂਦਾ, ਉਹ ਵੀ ਚੰਗਾ ਹੈ। ਜਿਵੇਂ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਨਾ, ਰੇ ਮਨ ਚੇਤ ਚੇਤ ਅਚੇਤ ਕਾਹਿ ਨ ਬਾਲਮੀਕਿ ਦੇਖ। ਇਹ ਜੀਵ ਪਰਮਾਤਮਾ ਦਾ ਚਿੰਤਨ ਕਰਿਆ ਕਰ, ਮੇਰੇ ਮਨਾ ਰੱਬ ਨੂੰ ਚੇਤੇ ਕਰਿਆ ਕਰ, ਰੱਬ ਦਾ ਸ਼ੁਕਰਾਨਾ ਕਰਿਆ ਕਰ। ਕਿਉਂ ਨਹੀਂ ਪਰਮਾਤਮਾ ਦਾ ਚੇਤੇ ਕਰਦਾ? ਕਾਹੇ ਨਾ ਬਾਲਮੀਕਿ ਦੇਖ। ਦੇਖ ਬਾਲਮੀਕ ਜੀ ਵੱਲ ਹੀ ਦੇਖ ਲੈ। ਪਹਿਲਾ ਰਾਹਗਾਰੀ ਠੱਗੀਆਂ ਮਾਰਨੀਆਂ, ਹੱਤਿਆ ਕਰਨੀ, ਫੇਰ ਖੀਸਾ ਫੋਲਣਾ। ਕਿੱਦਾਂ ਦਾ ਜੀਵਨ ਸੀਗਾ। ਪਰ ਸਾਧ ਸੰਗਤ ਜੀ, ਜਦੋਂ ਪਾਂਡਵਾਂ ਦਾ ਜੱਗ ਸਫਲਾ ਕਰਨਾ ਸੀ ਨਾ, ਉਸ ਸਮੇਂ ਜ਼ਿਕਰ ਆਉਂਦਾ ਹੈ ਕਿ ਕ੍ਰਿਸ਼ਨ ਜੀ ਨੇ ਆਪ ਬੜੇ ਪਿਆਰ ਦੇ ਨਾਲ ਬਾਲਮੀਕ ਜੀ ਦੇ ਆਪਣੇ ਹੱਥੀ ਚਰਨ ਧੋਤੇ ਸੀ, ਸੇਵਾ ਕੀਤੀ ਸੀ, ਜੱਗ ਦੇ ਪੂਜਣ ਯੋਗ ਹੋ ਗਏ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ, ਉਹ ਆ ਤੇ ਉਤਮ ਗਨਉ ਚੰਡਾਲਾ, ਨਾਨਕ ਜਿਹ ਮਨ ਬਸੇ ਗੋਪਾਲਾ।
ਜਿਸ ਹਿਰਦੇ ਅੰਦਰ ਵਾਹਿਗੁਰੂ ਵਸ ਜਾਂਦਾ ਹੈ, ਉਹ ਜਾਣੋ ਕਿ ਨੀਵੀਂ ਜਾਤ ਵਾਲਾ ਚੰਡਾਲ ਵੀ ਉੱਚਾ ਹੈ। ਉਹ ਜਾਣੋ ਕਿ ਨੀਵੀਂ ਜਾਤ ਵਾਲਾ ਵੀ ਪਰਮ ਹੈ, ਉਹਨਾਂ ਤੋਂ ਉੱਚਾ ਹੈ। ਸਲੋਕ ਕੁੰਟ ਚਾਰ ਦਹਿਦਸ ਭ੍ਰਮੇ। ਹਜੂਰ ਕਹਿੰਦੇ ਇਹ ਜੀਵ ਚਾਰ ਕੁੰਟਾਂ ਦੇ ਵਿੱਚ ਭਰਮਦਾ ਹੈ, ਦਸਾਂ ਦਿਸ਼ਾਵਾਂ ਦੇ ਵਿੱਚ, ਭਾਵੇਂ ਦਰ ਦਰ ਤੇ ਸੰਸਾਰ ਦੇ ਅੰਦਰ ਭਟਕਦਾ ਹੈ। ਕਰਮ ਕਿਰਤ ਕੀ ਰੇਖ। ਪਰ ਕਮਾਏ ਹੋਏ ਕਰਮਾਂ ਦੀ ਰੇਖਾ ਕਰਕੇ ਹੈ। ਪੂਰਬਲੇ ਜਨਮ ਦੇ ਵਿੱਚ ਜਿਹੋ ਜਿਹੇ ਕਰਮਾਂ ਦੀ ਰੇਖਾ, ਇਹ ਲਕੀਰ ਖਿੱਚੀ ਹੈ ਨਾ ਜੀਵ ਨੇ, ਜਿੱਧਰ ਜਿੱਧਰ ਨੂੰ ਕਰਮਾਂ ਦੀਆਂ ਲਕੀਰਾਂ ਖਿੱਚੀਆਂ ਨੇ, ਉਧਰ ਉਧਰ ਨੂੰ ਅਗਲੇ ਜਨਮ ਦੇ ਵਿੱਚ ਜਾਂਦਾ ਹੈ। ਲਕੀਰ ਦਾ ਫਕੀਰ ਬਣਦਾ, ਲਕੀਰ ਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਹੈ। ਜਿਹੋ ਜਿਹੇ ਕਰਮਾਂ ਦੀ ਇਸ ਨੇ ਰੇਖਾ ਖਿੱਚ ਦਿੱਤੀ ਹੈ। ਤੇ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਪ੍ਰਾਰਬਧ ਵੀ ਉਹੋ ਜਿਹੇ ਹੀ ਲਿਖ ਕਰਕੇ ਪਾਈ ਹੈ, ਕੋਈ ਉਹਦੇ ਵਿੱਚ ਫਰਕ ਨਹੀਂ ਪਾਵਨਾ ਕੀਤਾ। ਕਰਮ ਕਿਰਤ ਕੀ ਰੇਖ, ਜਿਵੇਂ ਕੀਤੀ ਹੋਈ ਕਿਰਤ ਦੀ ਕਰਮਾਂ ਦੀ ਰੇਖਾ ਬਣਾਈ ਹੈ, ਉਸੇ ਅਨੁਸਾਰ ਜੀਵ ਸੰਸਾਰ ਦੀ ਦਸਾਂ ਦਿਸ਼ਾਵਾਂ ਵਿੱਚ ਭਟਕਦਾ ਹੈ। ਦਸਾਂ ਦਿਸ਼ਾਵਾਂ ਦੇ ਜੂਨੀਆਂ ਦੇ ਵਿੱਚ ਕਦੇ ਉੱਤਰ ਦਿਸ਼ਾ ਵਿੱਚ ਜਨਮ ਧਾਰਨ ਕਰ ਲੈਂਦਾ, ਕਦੇ ਪੂਰਬ ਦੀ ਦਿਸ਼ਾ ਵੱਲ ਜਨਮ ਧਾਰਨ ਕਰਦਾ, ਕਦੇ ਪੱਛਮ। ਇਸ ਪ੍ਰਕਾਰ ਮਹਾਰਾਜ ਕਹਿੰਦੇ ਦਸਾਂ ਦਿਸ਼ਾਵਾਂ ਦੇ ਵਿੱਚ ਜੀਵ ਭਟਕਦਾ ਹੈ। ਸੁਖ ਦੁਖ ਮੁਕਤ ਜੋਨ। ਜੀਵਨ ਦੇ ਅੰਦਰ ਜਿਹੜਾ ਸੁਖ ਪ੍ਰਾਪਤ ਹੋਣਾ, ਦੁੱਖ ਪ੍ਰਾਪਤ ਹੋਣਾ ਹੈ, ਮੁਕਤ ਜਾਂ ਫਿਰ ਮੁਕਤੀ ਦੀ ਦਾਤ ਮਿਲ ਜਾਣੀ, ਜਾਂ ਫਿਰ ਜੂਨਾਂ ਦੇ ਵਿੱਚ ਭਟਕਣਾ। ਜੰਮਣ ਮਰਨ ਦਾ ਸੰਸਾਰ ਦੇ ਅੰਦਰ ਜੀਵ ਨੂੰ ਕਹਿੰਦੇ ਭਾਵੇਂ ਸੁਖ ਮਿਲ ਜਾਣਾ, ਦੁੱਖ ਮਿਲ ਜਾਣਾ, ਜਾਂ ਜੂਨਾਂ ਦੇ ਵਿੱਚ ਭਟਕਣਾ, ਜਾਂ ਫਿਰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਣੀ। ਨਾਨਕ ਲਿਖਿਓ ਲੇਖ। ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਲਿਖੀ ਹੋਈ ਲਿਖਤ ਹੈ। ਪ੍ਰਮਾਤਮਾ ਨੇ ਜਿਹੜੀ ਲਿਖਤ ਲਿਖ ਦਿੱਤੀ ਹੈ, ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਲੇਖ ਨਾ ਮਿਟਾਈ ਹੈ ਸਖੀ, ਜੋ ਲਿਖਿਆ ਕਰਤਾਰ। ਜੀਵਨ ਦੇ ਵਿੱਚ ਦੁੱਖ ਹੈ, ਸੁੱਖ ਹੈ, ਔਕੜਾਂ ਨੇ, ਜਾਂ ਜੀਵਨ ਮੁਕਤੀ ਦੀ ਦਾਤ ਹੈ, ਇਹ ਪ੍ਰਮਾਤਮਾ ਦੀ ਲਿਖੀ ਹੋਈ ਲਿਖਤ ਅਨੁਸਾਰ ਹੀ ਦਾਤ ਮਿਲ ਰਹੀ ਹੈ। ਪਾਵੜੀ ਕੱਕਾ ਕਾਰਨ ਕਰਤਾ ਸੋ। ਸਤਿਗੁਰੂ ਜੀ ਕੱਕੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਪ੍ਰਾਣਾ ਧਾਰੀ ਜੀਵ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਕੌਣ ਹੈ? ਪਰਮਾਤਮਾ, ਅਕਾਲ ਪੁਰਖ ਪਰਮੇਸ਼ਰ ਹੈ, ਜੋ ਸਭ ਜੀਵਾਂ ਦਾ ਕਰਤਾ ਹੈ, ਸਭ ਜੀਵਾਂ ਦਾ ਕਰਨਹਾਰ ਹੈ। ਲਿਖਿਓ ਲੇਖ ਨਾ ਮੇਟਤ ਕੋ। ਇਸ ਕਰਕੇ ਪ੍ਰਮਾਤਮਾ ਦੀ ਲਿਖੀ ਹੋਈ ਪਰਾਰਬਧ ਨੂੰ ਕੋਈ ਮਿਟਾ ਨਹੀਂ ਸਕਦਾ। ਮਨੁੱਖ ਜਿੰਨਾ ਮਰਜ਼ੀ ਯਤਨ ਕਰ ਕਰਕੇ ਦੇਖ ਲਵੇ, ਜੋ ਜੀਵਨ ਦੇ ਵਿੱਚ ਸੁੱਖ ਮਿਲਦਾ ਹੈ ਉਹਨੂੰ ਕੋਈ ਟਾਲ ਨਹੀਂ ਸਕਦਾ, ਜਿਹੜਾ ਕੋਈ ਦੁੱਖ ਮਿਲਣਾ ਹੈ ਉਹਨੂੰ ਕੋਈ ਮਿਟਾ ਨਹੀਂ ਸਕਦਾ। ਮਹਾਰਾਜ ਸਤਿਗੁਰੂ ਜੀ ਕਿਰਪਾ ਕਰ ਦੇਣ, ਜੀਵ ਤੇ ਤਰਸ ਕਰ ਦੇਣ। ਸੂਲੀ ਤੋਂ ਸੂਲ ਦੇ ਵਿੱਚ ਮਹਾਰਾਜ ਦੁੱਖ ਕੱਟ ਦਿੰਦੇ ਹੈ। ਇਹ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਲਿਖਿਓ ਲੇਖ ਨਾ ਮੇਟਤ ਕੋ। ਪਰਮਾਤਮਾ ਦੀ ਲਿਖੀ ਹੋਈ ਲਿਖਤ ਨੂੰ ਕੋਈ ਮਿਟਾ ਨਹੀਂ ਸਕਦਾ। ਨਹੀਂ ਹੋਤ ਕਛ ਦੁਬਾਰਾ। ਜੋ ਇੱਕ ਵਾਰ ਪਰਮਾਤਮਾ ਨੇ ਪਰਾਰਬਧ ਵਿੱਚ ਕੋਟੀ ਵਿੱਚ ਲਿਖ ਦਿੱਤਾ ਹੈ, ਉਹ ਦੁਬਾਰਾ ਨਹੀਂ ਮਹਾਰਾਜ ਕਹਿੰਦੇ ਹੋ ਸਕਦਾ। ਲਿਖਿਓ ਏਕ ਨਾ ਦੋ ਬਾਰਾ, ਦੁਬਾਰਾ ਹੋਰ ਕੋਈ ਲਿਖ ਨਹੀਂ ਸਕਦਾ। ਜਾਂ ਆਪ ਕਹੇ ਕਿ ਮੈਂ ਆਪਣੀ ਪਰਾਰਬਧ ਨੂੰ ਲਿਖ ਲਵਾਂ, ਮੈਂ ਆਪਣੇ ਲੇਖ ਬਣਾ ਲਵਾਂ। ਮਹਾਰਾਜ ਕਹਿੰਦੇ ਪਰਮਾਤਮਾ ਦੀ ਲਿਖੀ ਹੋਈ ਲਿਖਤ ਹੈ, ਦੁਬਾਰਾ ਹੋਰ ਕੋਈ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕੋਤਾਹੀ, ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਾ ਸਕਦਾ। ਕਰਨ ਹਾਰ ਨਾ ਭੂਲਨ ਹਾਰਾ। ਕਿਉਂਕਿ ਕਰਨਹਾਰਾ ਪਰਮਾਤਮਾ ਕਦੇ ਭੁੱਲਦਾ ਨਹੀਂ ਹੈ, ਉਹ ਅਭੁੱਲ ਸਰੂਪ ਹੈ। ਅਸੀਂ ਸਾਰੇ ਭੁੱਲਣ ਹਾਰੇ ਹਾਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਪਰਮਾਤਮਾ ਹੀ ਹੈ ਜੋ ਕਦੇ ਭੁੱਲਦਾ ਨਹੀਂ ਹੈ। ਇੱਕ ਪਰਮੇਸ਼ਰ ਹੈ ਜੋ ਭੁੱਲਣ ਤੋਂ ਰਹਿਤ ਵਾਹਿਗੁਰੂ ਅਭੁੱਲ ਪਰਮਾਤਮਾ ਦਾ ਸਰੂਪ ਹੈ। ਕਾਹੂ ਪੰਥ ਦਿਖਾਰੈ ਆਪੈ। ਕਿਸੇ ਜੀਵਾਂ ਨੂੰ ਪਰਮਾਤਮਾ ਆਪ ਹੀ ਪ੍ਰੇਮਾ ਭਗਤੀ ਦਾ ਰਸਤਾ ਦਿਖਾ ਦਿੰਦਾ ਹੈ।
ਬ੍ਰਹਮ ਗਿਆਨ ਦਾ ਮਾਰਗ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਦਿਖਾਵੰਦਾ ਹੈ। ਕਾਹੂ ਉਦਿਆਨ ਭ੍ਰਮਤ ਪਛਤਾਪੈ। ਤੇ ਕਈਆਂ ਨੂੰ ਸੰਸਾਰ ਰੂਪੀ ਉਜਾੜ ਦੇ ਵਿੱਚ ਜਨਮ ਦੇ ਦਿੰਦਾ ਹੈ। ਉਹ ਪਰਮੇਸ਼ਰ ਦੇ ਸਰੂਪ ਤੋਂ ਭੁੱਲ ਕੇ ਉਹ ਸੰਸਾਰ ਦੇ ਅੰਦਰ ਹੀ ਬਾਰ-ਬਾਰ ਭਟਕਦੇ ਰਹਿੰਦੇ ਹੈ, ਬਾਰ-ਬਾਰ ਠੋਕਰਾਂ ਖਾਂਦੇ ਰਹਿੰਦੇ ਹਨ ਤੇ ਅੰਤ ਸਮੇਂ ਪਛਤਾਤਾਪ ਕਰਦੇ ਹੈ ਕਿ ਅਸੀਂ ਤਾਂ ਸੰਸਾਰ ਉਜਾੜ ਦੇ ਵਿੱਚ ਹੀ ਭਟਕਦੇ ਰਹੇ ਹਾਂ, ਪਰਮਾਤਮਾ ਨੂੰ ਕਦੇ ਯਾਦ ਹੀ ਨਹੀਂ ਕੀਤਾ, ਆਪਣੇ ਸਰੂਪ ਰੂਪੀ ਘਰ ਦੇ ਵਿੱਚ ਜਾਣ ਦੇ ਵਾਸਤੇ ਕਦੇ ਸੋਚਿਆ ਤੱਕ ਵੀ ਨਹੀਂ, ਕੇਵਲ ਸੰਸਾਰ ਦੀ ਰੰਗਾਂ ਦੀ ਦੁਨੀਆ ਨੂੰ ਦੇਖਣ ਦੇ ਵਿੱਚ ਹੀ ਲੱਗੇ ਰਹੇ ਹਾਂ। ਪਰ ਮਹਾਰਾਜ ਕਹਿੰਦੇ ਉਹਨਾਂ ਦਾ ਆਪਣਾ ਚਾਰਾ ਕੋਈ ਥੋੜ੍ਹਾ, ਇਹ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਜਗਤ ਦੀ ਮੋਹ ਮਮਤਾ ਲਾਈ ਹੈ, ਆਪ ਹੀ ਉਹਨਾਂ ਨੇ ਮਨਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਬਖਸ਼ੀ, ਇਸੇ ਕਰਕੇ ਉਹ ਉਜਾੜ ਦੇ ਵਿੱਚ ਹੀ ਭਟਕਦੇ ਰਹੇ ਆ। ਆਪਨ ਖੇਲ ਆਪ ਹੀ ਕੀਨੋ। ਅਕਾਲ ਪੁਰਖ ਪਰਮੇਸ਼ਰ ਦਾ ਆਪਣਾ ਇਹ ਸੰਸਾਰ ਦਾ ਬਣਾਇਆ ਹੋਇਆ ਖੇਲ ਹੈ, ਆਪ ਹੀ ਕੀਨੋ ਤੇ ਆਪ ਹੀ ਪਰਮਾਤਮਾ ਨੇ ਪੈਦਾ ਕੀਤਾ। ਸਾਰੀ ਖੇਡ ਨੂੰ ਇਹ ਵਿਧਾ ਨੂੰ ਬਣਾਉਣ ਵਾਲਾ ਵੀ ਪਰਮਾਤਮਾ ਆਪ ਹੈ। ਮਹਾਰਾਜ ਕਹਿੰਦੇ ਆਪ ਹੀ ਬਣਾਉਣ ਵਾਲਾ, ਆਪ ਹੀ ਜੀਵਾਂ ਨੂੰ ਖਿਡਾਉਣ ਵਾਲਾ ਹੈ। ਆਪਣਾ ਪਰਮੇਸ਼ਰ ਦਾ ਇਹ ਖੇਲ ਹੈ, ਰਚੀ ਹੋਈ ਰਚਨਾ ਪਰਮਾਤਮਾ ਦੀ ਹੈ ਤੇ ਇਹਨੂੰ ਰਚਾਉਣ ਵਾਲਾ, ਇਹਨੂੰ ਖਿਡਾਉਣ ਵਾਲਾ ਕਰਮਾਂ ਅਨੁਸਾਰ ਕਿਸੇ ਨੂੰ ਕਿਸੇ ਤਰ੍ਹਾਂ ਦੇ ਕਰਮਾਂ ਦੀ ਖੇਡ ਵਿੱਚ ਲਗਾਇਆ, ਕਿਸੇ ਜੀਵ ਨੂੰ ਕਰਮਾਂ ਅਨੁਸਾਰ ਕਿਸੇ ਪ੍ਰਕਾਰ ਦੀ ਖੇਡ ਦੇ ਵਿੱਚ ਲਗਾਇਆ ਹੈ। ਜੋ ਜੋ ਦੀਨੋ ਸੋ ਨਾਨਕ ਲੀਨੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹੈ। ਜੋ ਜੋ ਪਰਮਾਤਮਾ ਨੇ ਜੀਵ ਨੂੰ ਦਿੱਤਾ ਹੈ ਉਹ ਕੁਝ ਹੀ ਲਿਆ ਹੈ। ਆਪਣੇ ਬਲ ਦੇ ਨਾਲ ਕੁਝ ਲਿਆ ਨਹੀਂ ਜਾ ਸਕਦਾ, ਆਪਣੇ ਬਲ ਦੇ ਕਰਕੇ ਕੋਈ ਦਾਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਪਰਮਾਤਮਾ ਮਿਹਰ ਕਰੇ, ਜੋ ਪਰਾਰਬਧ ਵਿੱਚ ਮਹਾਰਾਜ ਕਹਿੰਦੇ ਲਿਖਿਆ ਉਹ ਕੁਝ ਹੀ ਪ੍ਰਾਪਤ ਹੋ ਰਿਹਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੁੱਖ ਵਾਕ ਅਸੀਂ ਪੜ੍ਹਦੇ ਹਾਂ, ਹੇ ਮਹਾਰਾਜ ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਮਹਾਰਾਜ ਤੂੰ ਸਾਡਾ ਮਾਲਕ ਹੈ। ਹੇ ਵਾਹਿਗੁਰੂ ਜੀ ਆਪ ਜੀ ਸਾਡੇ ਦਾਤੇ ਹੋ, ਜੋ ਕੁਝ ਆਪ ਜੀ ਦੇਂਦੇ ਸੀ ਅਸੀਂ ਪ੍ਰਾਪਤ ਕਰਦੇ ਸਾਂ, ਹੁਣ ਵੀ ਦੇ ਰਹੇ ਪ੍ਰਾਪਤ ਕਰ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਜੋ ਕੁਝ ਦੇਵੋਗੇ ਉਹ ਕੁਝ ਹੀ ਅਸਾਂ ਨੇ ਪ੍ਰਾਪਤ ਕਰਨਾ ਹੈ। ਇਹ ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਰਾਰਬਧ ਵਿੱਚ ਲਿਖਿਆ ਹੈ, ਸਤਿਗੁਰੂ ਜੀ ਕਹਿੰਦੇ ਜੋ ਜੋ ਦੀਨੋ ਸੋ ਨਾਨਕ ਲੀਨੋ। ਉਹ ਕੁਝ ਹੀ ਜੀਵ ਨੇ ਪ੍ਰਾਪਤ ਕੀਤਾ ਹੈ, ਵਾਹਿਗੁਰੂ ਤੋਂ ਪ੍ਰਾਪਤੀ ਕੀਤੀ ਹੈ, ਦਾਤ ਲਈ ਹੈ, ਜੋ ਅਕਾਲ ਪੁਰਖ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਪਨ ਖੇਲ ਆਪ ਹੀ ਕੀਨੋ। ਜੋ ਜੋ ਦੀਨੋ ਸੋ ਨਾਨਕ ਲੀਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।